ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਜਿਹੜਾ ਨਵਾਂ ਟੌਪਿਕ ਸ਼ੁਰੂ ਕਰਨ ਲੱਗ ਰਹੇ ਹਾਂ, ਪਾਰਟਨਰਸ਼ਿਪ ਅਕਾਊਂਟਿੰਗ ਫਾਰ ਪਾਰਟਨਰਸ਼ਿਪ ਫਰਮ। ਪਹਿਲਾਂ ਤਾਂ ਆਪਾਂ +1 'ਚ ਤਾਂ ਕੀਤਾ ਸੀ ਸੋਲ ਪ੍ਰੋਪਰਾਈਟਰਸ਼ਿਪ, ਬਟ ਹੁਣ ਆਪਾਂ ਕਰਨਾ ਪਾਰਟਨਰਸ਼ਿਪ ਫਰਮ, ਜਿਹਦੇ ਫੰਡਾਮੈਂਟਲਸ ਕੀ ਨੇ। ਪਾਰਟਨਰਸ਼ਿਪ ਤੁਸੀਂ +1 ਦੇ ਵਿੱਚ ਪੜ੍ਹੀ ਵੀ ਹੈ ਬਿਜ਼ਨਸ ਸਟੱਡੀ ਦੇ ਵਿੱਚ। ਹੁਣ ਇਹ +2 ਦੇ ਵਿੱਚ ਆਪਾਂ ਉਹਦਾ ਅਕਾਊਂਟਿੰਗ ਟ੍ਰੀਟਮੈਂਟ ਕਿਸ ਤਰ੍ਹਾਂ ਕਰਨਾ। ਪਾਰਟਨਰਸ਼ਿਪ ਹੈ ਕੀ ਹੈ, ਜਿਹੜਾ ਡਿਫਾਈਨਡ ਇੰਡੀਅਨ ਪਾਰਟਨਰਸ਼ਿਪ ਐਕਟ 1932 ਕੀ ਕਹਿੰਦਾ ਹੈ। ਪਾਰਟਨਰਸ਼ਿਪ ਕੀ ਹੈ, ਰਿਲੇਸ਼ਨ ਬਿਟਵੀਨ ਪਰਸਨਸ who have agreed to share the profit of a business carried on by all or any one of them acting for all। ਪਾਰਟਨਰਸ਼ਿਪ ਕੀ ਹੈ, ਆਪਸ ਵਿੱਚ ਪਰਸਨਸ ਦੇ ਵਿੱਚ ਕੀ ਹੈ, ਰਿਲੇਸ਼ਨਸ ਹੈ, ਜਿਹੜਾ ਕਿ ਇੱਕ ਵਿਅਕਤੀ ਦੇ ਲਈ ਵੀ ਕੰਮ ਕਰ ਸਕਦੇ ਆ ਜਾਂ ਸਾਰੀ ਫਰਮ, ਇੱਕ ਵਿਅਕਤੀ ਬਣਨ ਲਈ ਫਰਮ ਲਈ ਕੰਮ ਕਰ ਸਕਦਾ ਜਾਂ ਸਾਰੇ ਫਰਮ ਲਈ ਕੰਮ ਕਰ ਸਕਦੇ ਆ। ਪਾਰਟਨਰਸ਼ਿਪ ਕੀ ਹੈ, ਬਿਜ਼ਨਸ ਰਿਲੇਸ਼ਨ ਅਮੰਗ 2 or more ਪਰਸਨ, ਦੋ ਮਿਨੀਮਮ ਕੀ ਹੈ 2 ਪਰਸਨਸ ਹੁੰਦੇ ਆ, ਠੀਕ ਹੈ। ਜਾਂ ਉਸ ਤੋਂ ਵੱਧ ਕੀ ਕਰਨਾ ਹੁੰਦਾ ਉਹਨਾਂ ਨੇ, ਸ਼ੇਅਰ ਕੀ ਕਰਨਾ ਹੁੰਦਾ, ਪ੍ਰੋਫਿਟ ਐਂਡ ਲਾਸ ਬਿਜ਼ਨਸ ਕੈਰੀਡ ਜਾਂ ਤਾਂ ਸਾਰੇ ਕਰਦੇ ਆ ਜਾਂ ਉਹਨਾਂ 'ਚੋਂ ਇੱਕ ਵਿਅਕਤੀ ਸਾਰਿਆਂ ਦੇ ਲਈ ਕੰਮ ਕਰਦਾ। ਨੈਕਸਟ ਪਾਰਟਨਰਸ ਫਰਮ ਐਂਡ ਫਰਮ ਨੇ ਪਰਸਨ ਜਿਹੜੇ ਕੀ ਹੈ ਐਂਟਰਡ ਇਨਟੂ ਪਾਰਟਨਰਸ਼ਿਪ ਵਿਦ ਐਨ ਇੰਡੀਵਿਜੂਅਲੀ, ਜਦੋਂ ਕੀ ਹੈ ਉਹ ਇੱਕ ਪਾਰਟਨਰਸ਼ਿਪ ਕੀ ਹੈ ਐਕਟ ਦੇ ਵਿੱਚ ਜਾਂ ਕੀ ਹੈ ਪਰਸਨਸ ਜਿਹੜੇ ਐਂਟਰਡ ਪਾਰਟਨਰਸ਼ਿਪ ਦੇ ਵਿੱਚ ਹੁੰਦੇ ਆ ਇੰਡੀਵਿਜੂਅਲੀ ਕੀ ਕਹਿੰਦੇ ਆਪਾਂ ਉਹਨਾਂ ਨੂੰ ਪਾਰਟਨਰਸ ਕਹਿੰਦੇ ਆ। ਜਦੋਂ ਕਲੈਕਟਿਵਲੀ ਸਾਰੇ ਇਕੱਠੇ ਹੁੰਦੇ ਆ, ਠੀਕ ਹੈ, ਤਾਂ ਉਹਨਾਂ ਨੂੰ ਕੀ ਕਹਿੰਦੇ ਆ, ਫਰਮ ਕਹਿੰਦੇ ਆ। ਨੇਮ ਅੰਡਰ ਵਿੱਚ ਬਿਜ਼ਨਸ ਕੈਰੀਡ ਔਨ ਕਿਆ ਹੁੰਦਾ, ਜਿਹੜੇ ਦੇ ਅੰਦਰ ਬਿਜ਼ਨਸ ਕੈਰੀਡ ਕਰਦੇ ਆ ਉਹਨੂੰ ਕਹਿੰਦੇ ਆ ਫਰਮਸ ਦਾ ਨੇਮ। ਹੁਣ ਨੇਚਰ ਆਫ ਪਾਰਟਨਰਸ਼ਿਪ ਕੀ ਹੈ, ਪਾਰਟਨਰਸ਼ਿਪ ਫਰਮ ਦੀ ਜਿਹੜੀ ਲੀਗਲ ਪੁਆਇੰਟ ਵਿਊ ਹੈ, ਇਹਦੀ ਕੀ ਹੈ ਸੈਪਰੇਟ ਲੀਗਲ ਐਂਟੀਟੀ, ਪਾਰਟਨਰਸ ਤੋਂ ਨਹੀਂ ਹੈਗੀ। ਮਤਲਬ ਕੀ ਹੈ, ਜੇ ਪਾਰਟਨਰਸ ਕੀ ਹੈ ਪ੍ਰੋਪਰਟੀ ਉਹਨਾਂ ਦੀ ਪਰਸਨਲ ਜਿਹੜੀ ਬਿਜ਼ਨਸ ਦੀ ਪ੍ਰੋਪਰਟੀ ਤੋਂ ਜਿਹੜੇ ਉਹਨਾਂ ਦੇ ਹੈ ਡੈਟਸ ਕਲੀਅਰ ਨਹੀਂ ਹੁੰਦੇ, ਤਾਂ ਕਿ ਉਹਨਾਂ ਦੀ ਜਿਹੜੀ ਪਰਸਨਲ ਜਾਂ ਪ੍ਰਾਈਵੇਟ ਪ੍ਰੋਪਰਟੀ ਹੈ ਜਾਂ ਪ੍ਰਾਈਵੇਟ ਐਸੈਟਸ ਨੇ ਉਹ ਕੀ ਹੈ ਪੇ ਜੇ ਲਿਬਿਲਿਟੀਜ਼ ਨਹੀਂ ਹੁੰਦੀਆਂ ਤਾਂ ਯੂਜ਼ ਕੀਤੀਆਂ ਸਕਦੀਆਂ ਨੇ, ਜਿਸ ਤਰ੍ਹਾਂ ਸੋਲ ਪ੍ਰੋਪਰਾਈਟਰਸ਼ਿਪ ਸੀ। ਪਾਰਟਨਰਸ਼ਿਪ ਕੀ ਹੈ ਸੈਪਰੇਟ ਬਿਜ਼ਨਸ ਐਂਟੀਟੀ ਹੈ ਅਕਾਊਂਟਿੰਗ ਪੁਆਇੰਟ ਆਫ ਵਿਊ ਤੋਂ, ਜਿਵੇਂ +1 'ਚ ਆਪਾਂ ਕਰਦੇ ਸੀ, ਕਿਉਂਕਿ ਉੱਥੇ ਆਪਾਂ ਡਰਾਇੰਗ ਵਗੈਰਾ ਲੈਂਦੇ ਸੀ ਉਹਨਾਂ ਦੀਆਂ। ਜੇ ਬਿਜ਼ਨਸ ਪੈਸਾ ਐਂਟਰ ਕਰਦਾ ਸੀ ਤਾਂ ਕੈਪੀਟਲ ਐਂਟਰ ਕਰਦੇ ਸੀ ਇੱਕ ਅਲੱਗ ਪੁਆਇੰਟ ਤੋਂ, ਬਿਜ਼ਨਸ ਨੂੰ ਅਲੱਗ ਸਮਝਦੇ ਸੀ, ਉਹਦਾ ਜਿਹੜਾ ਮੈਂਬਰ ਸੀ ਉਹਨੂੰ ਅਲੱਗ। ਇਸ ਤਰ੍ਹਾਂ ਇਹਦੇ ਵਿੱਚ ਅਕਾਊਂਟਿੰਗ ਪੁਆਇੰਟ ਆਫ ਵਿਊ ਤੋਂ ਜੇ ਕੋਈ ਪਾਰਟਨਰਸ ਪੈਸਾ ਵਿਦਡਰਾ ਕਰਦਾ ਤਾਂ ਉਹ ਡਰਾਇੰਗ 'ਚ ਜਾਏਗਾ ਉਹਦੇ 'ਚ, ਜੇ ਉਹ ਇਨਵੈਸਟ ਕਰਦਾ ਤਾਂ ਉਹਦੀ ਕੈਪੀਟਲ ਦੇ ਵਿੱਚ ਜਾਏਗਾ। ਹੁਣ ਅਸੈਂਸ਼ੀਅਲ ਫੀਚਰਸ ਕੀ ਨੇ ਪਾਰਟਨਰਸ਼ਿਪ ਦੇ, ਕਰੈਕਟਰਸ ਕੀ ਨੇ, ਕੀ ਹੈ 2 or more ਪਰਸਨ, ਮਿਨੀਮਮ ਕੀ ਹੈ 2 ਪਰਸਨਸ ਹੋਣੇ ਚਾਹੀਦੇ ਆ ਪਾਰਟਨਰਸ਼ਿਪ ਦੇ ਵਿੱਚ, ਜਿਹੜੇ ਕੀ ਆ ਇੱਕ ਕੰਟਰੈਕਟ ਕਰ ਸਕਣ। ਅਕੋਰਡਿੰਗ ਟੂ ਇੰਡੀਅਨ ਪਾਰਟਨਰਸ਼ਿਪ ਕੀ ਹੈ ਐਕਸੈਪਟ ਦੀ ਫੋਲੋਇੰਗ ਕੰਪੋਨੈਂਟਸ ਕੀ ਹੈ ਕੰਟਰੈਕਟ, ਮਾਈਨਰ ਪਰਸਨਸ ਔਰ ਅਨਸਾਊਂਡ ਮਾਈਂਡ ਪਰਸਨ ਡਿਸਕੁਆਲੀਫਾਈਡ ਬਾਏ ਐਨੀ ਲਾ, ਉਹ ਕੰਟੈਕਟ ਨਹੀਂ ਕਰ ਸਕਦੇ। ਮੈਕਸੀਮਮ ਨੰਬਰ ਆਫ ਜਿਹੜਾ ਹੈ ਕੰਪਨੀਜ਼ ਹੈ ਜਿਹੜਾ 2013 ਕੀ ਕਰਦੀ ਹੈ ਇੰਪਾਵਰਸ 100 ਪਾਰਟਨਰਸ ਵੀ ਕੀ ਕਰ ਸਕਦੇ ਨੇ ਕੰਮ ਕਰ ਸਕਦੇ। ਬਟ ਸੈਂਟਰਲ ਗਵਰਨਮੈਂਟ ਨੇ ਜਿਹੜਾ ਪ੍ਰਿਸਕ੍ਰਾਈਬਡ ਕੀਤਾ ਮੈਕਸੀਮਮ ਨੰਬਰ ਆਫ ਪਾਰਟਨਰਸ 50 ਵਰਡ ਦੇ ਮੁਤਾਬਕ ਕੀ ਹੈ ਜਿਹੜਾ ਰੂਲਸ ਆ ਕੰਪਨੀਜ਼ 2014 ਉਹਦੇ ਵਿੱਚ ਕੀ ਹੈ 50 ਪਰਸਨਸ ਤੋਂ ਜ਼ਿਆਦਾ ਪਾਰਟਨਰਸ ਦੇ ਵਿੱਚ ਨਹੀਂ ਹੋ ਸਕਦੇ। ਐਗਰੀਮੈਂਟ ਪਾਰਟਨਰਸ਼ਿਪ ਕਮਸ ਇਨਟੂ ਐਗਜ਼ਿਸਟੈਂਸ, ਇੱਕ ਐਗਰੀਮੈਂਟ ਬਣਦਾ ਹੈ, ਚਾਹੇ ਉਹ ਰਿਟਨ ਹੋਏਗਾ ਜਾਂ ਕੀ ਹੋਏਗਾ ਉਹਨਾਂ ਦੇ ਵਿੱਚ ਆਪਸ ਵਿੱਚ ਔਰਲ ਹੋਏਗਾ। ਇਟ ਬੇਸਿਸ ਹੈ ਕਿ ਉਹਨਾਂ ਦੇ ਰਿਲੇਸ਼ਨਸ ਕਿਸ ਤਰ੍ਹਾਂ ਦੇ ਨੇ, ਜਿਹੜੇ ਉਹਨਾਂ ਨੇ ਆਪਸ ਵਿੱਚ ਕੀ ਉਹਨਾਂ ਦੀ ਜਿਹੜਾ ਪੀਰੀਅਡ ਹੈ ਕਿੰਨਾ ਰੱਖਿਆ, ਕਿੰਨਾ ਟਾਈਮ ਪੀਰੀਅਡ ਹੈ, ਕੀ ਹੈ ਉਹਨਾਂ ਨੇ ਕੀ ਕੰਮ ਕਰਨਾ। ਜਿਹੜੇ ਰਿਟਨ ਐਗਰੀਮੈਂਟ ਹੈ ਪਾਰਟਨਰਸ ਦੇ ਵਿੱਚ ਉਹਨੂੰ ਪਾਰਟਨਰਸ਼ਿਪ ਡੀਡ ਕਿਹਾ ਜਾਂਦਾ ਹੈ। ਲਾਫੁਲ ਬਿਜ਼ਨਸ ਪਾਰਟਨਰਸ਼ਿਪ ਕੀ ਹੈ ਸਿਰਫ ਐਸਟੈਬਲਿਸ਼ ਕਿਹਦੇ ਲਈ ਹੁੰਦੀ ਹੈ, ਲਾਫੁਲ ਬਿਜ਼ਨਸ ਦੇ ਹੁੰਦੀ ਹੈ। ਪ੍ਰੋਫਿਟ ਸ਼ੇਅਰ ਐਗਰੀਮੈਂਟ ਜਿਹੜਾ ਅਮੰਗ ਪਾਰਟਨਰਸ ਮਸਟ ਬੀ ਟੂ ਸ਼ੇਅਰ ਪ੍ਰੋਫਿਟ ਐਂਡ ਲਾਸ ਆਫ ਦੀ ਬਿਜ਼ਨਸ, ਇਟ ਇਜ਼ ਨਾਟ ਅਸੈਂਸ਼ੀਅਲ ਦੈਟ ਆਲ ਪਰਸਨਸ ਮਸਟ ਸ਼ੇਅਰ ਲਾਸ, ਠੀਕ ਹੈ। ਵੀ ਜਿਹੜਾ ਕਿਉਂਕਿ ਮਾਈਨਰ ਹੈ, ਮਾਈਨਰ ਜਿਹੜਾ ਲਾਸ ਸ਼ੇਅਰ ਨਹੀਂ ਕਰੇਗਾ, ਉਹ ਸਿਰਫ ਪ੍ਰੋਫਿਟ ਦੇ ਲਈ ਹੀ ਐਕਟਿਵ ਹੁੰਦਾ। ਬਿਜ਼ਨਸ ਕੈਨ ਵੀ ਕੈਰੀਡ ਔਨ ਬਾਈ ਆਲ ਔਰ, ਸਾਰੇ ਵਿਅਕਤੀ ਵੀ ਬਿਜ਼ਨਸ ਕੈਰੀ ਔਨ ਕਰ ਸਕਦੇ ਆ ਜਾਂ ਇੱਕ ਦੇ ਬੇਸ 'ਤੇ ਕੀ ਹੈ ਸਾਰੇ ਕਰਦਾ, ਇੱਕ ਸਾਰਿਆਂ ਦੇ ਲਈ ਕੰਮ ਕਰਦਾ। ਬਿਜ਼ਨਸ ਆਫ ਦੀ ਪਾਰਟਨਰਸ ਕੈਨ ਵੀ ਕੈਰੀਡ ਔਨ ਬਾਈ ਆਲ ਪਾਰਟਨਰਸ ਔਰ ਐਨੀ ਵਨ ਆਫ ਐਕਟਿੰਗ ਵਨ। ਇਨ ਅਦਰ ਵਰਡਸ ਪਾਰਟਨਰਸ ਆਰ ਏਜੰਟਸ ਐਂਡ principal. As an agent he represent other partners, thereby binds them
ਕਿਉਂਕਿ ਉਹ ਕੰਮ ਕਰ ਰਿਹਾ, ਉਹ ਬਾਈਂਡਸ ਕਰਦਾ, ਉਹਦੀ ਰਿਸਪੌਂਸਿਬਿਲਿਟੀ ਬਣਦੀ ਹੈ। ਐਜ਼ ਏ ਪ੍ਰਿੰਸੀਪਲ ਹੀ ਇਜ਼ ਬਾਉਂਡ ਬਾਈ ਐਕਟ ਆਫ ਅਦਰ ਪਰਸਨ ਵੀ ਉਹਨਾਂ ਤੋਂ ਕੋਈ ਵੀ ਉਹਨਾਂ ਨੂੰ ਰਾਈਟ ਹੁੰਦਾ ਪੁੱਛਣ ਦਾ। ਨੈਕਸਟ ਆ ਜੋ ਰਾਈਟ ਆਫ ਪਾਰਟਨਰ। ਹਰ ਇੱਕ ਜਿਹੜਾ ਪਾਰਟਨਰ ਹੈ, ਠੀਕ ਹੈ, ਉਹਨੂੰ ਰਾਈਟ ਹੁੰਦਾ ਪਾਰਟਿਸਿਪੇਟ ਕਰਨਾ ਮੈਨੇਜਮੈਂਟ ਆਫ ਦੀ ਬਿਜ਼ਨਸ। ਉਹਨੂੰ ਰਾਈਟ ਹੁੰਦਾ ਜਿਹੜੀਆਂ ਅਫੇਅਰਸ ਆਫ ਦੀ ਬਿਜ਼ਨਸ ਉਹਨੂੰ ਕੰਸਲਟ ਕਰੇ। ਉਹਨੂੰ ਇੰਸਪੈਕਟ ਕੀ ਰਾਈਟ ਹੁੰਦਾ, ਬੁੱਕਸ ਨੇ ਜਿਹੜੀਆਂ ਅਕਾਊਂਟ ਦੀਆਂ ਉਹਨੂੰ ਇੰਸਪੈਕਟ ਕਰੇ। ਹਰ ਇੱਕ ਪਾਰਟਨਰ ਨੂੰ ਰਾਈਟ ਹੁੰਦਾ ਪ੍ਰੋਫਿਟ ਸ਼ੇਅਰ ਤੇ ਲਾਸ ਨੂੰ ਐਗਰੀਡ ਜਿਹੜੀ ਰੇਸ਼ੋ ਦੇ ਮੁਤਾਬਕ ਲਵੇ। ਜੇ ਕਿਸੇ ਪਾਰਟਨਰ ਨੇ ਲੋਨ ਐਡਵਾਂਸ ਦਿੱਤਾ ਤਾਂ ਉਹਨੂੰ ਰਾਈਟ ਹੈ ਵੀ ਇੰਟਰਸਟ ਦੇ ਸਮੇਤ ਉਹ ਰਿਸੀਵ ਕਰੇ। ਜੇ ਐਗਰੀਮੈਂਟ ਦੇ ਵਿੱਚ ਲਿਖਿਆ ਹੋਇਆ ਤਾਂ ਉਸ ਮੁਤਾਬਕ ਰੇਟ ਹੋਏਗਾ, ਜੇ ਨਹੀਂ ਰੇਟ ਲਿਖਿਆ ਤਾਂ ਇੰਡੀਅਨ ਜਿਹੜਾ ਪਾਰਟਨਰਸ਼ਿਪ ਐਕਟ ਹੈ ਉਹਦੇ ਮੁਤਾਬਕ 6% ਪਰ ਐਨਮ ਦਿੱਤਾ ਜਾਂਦਾ। ਜੇ ਕੋਈ ਐਮਰਜੈਂਸੀ ਹੁੰਦੀ ਹੈ, ਪਾਰਟਨਰ ਨੂੰ ਰਾਈਟ ਹੁੰਦਾ ਐਕਟ ਜਿਹੜੀ ਉਹਦੀ ਬੈਸਟ ਜੱਜਮੈਂਟ ਹੈ ਉਹਦੇ ਮੁਤਾਬਕ ਐਕਸਪੈਂਸਿਸ ਜਾਂ ਜੋ ਵੀ ਉਹਨੇ ਕਰਨਾ ਡਿਸੀਜਨ ਲੈ। ਪਾਰਟਨਰ ਨੂੰ ਰਾਈਟ ਹੁੰਦਾ ਅਲਾਓ ਦੀ ਐਡਮਿਸ਼ਨ। ਨਵਾਂ ਪਾਰਟਨਰ ਜਿਹੜਾ ਪੁਰਾਣੇ ਪਾਰਟਨਰ ਦੀ ਬਿਨਾਂ ਪਰਮਿਸ਼ਨ ਤੋਂ ਉਹਨੂੰ ਨਹੀਂ ਹੀ ਐਂਟਰ ਹੋ ਸਕਦਾ। ਗਿਵਿੰਗ ਪ੍ਰੋਪਰ ਨੋਟਸ। ਪਾਰਟਨਰ ਨੂੰ ਕੀ ਰਾਈਟ ਹੁੰਦਾ ਫਰਮ ਤੋਂ ਰਿਟਾਇਰਡ ਹੋ ਸਕੇ। ਪਾਰਟਨਰ ਇਨਕਰਸ ਐਕਸਪੈਂਸਿਸ ਆਫ ਦੀ ਬਿਜ਼ਨਸ ਜਾਂ ਕਿ ਅਮਾਊਂਟ ਔਨ ਬਿਹਾਫ ਆਫ ਦੀ ਫਰਮ, ਤਾਂ ਉਹਨੂੰ ਕੀ ਹੁੰਦਾ ਰਾਈਟ ਹੁੰਦਾ ਪੇਮੈਂਟ ਫਰਮ ਤੋਂ ਲਵੇ। ਹੁਣ ਪਾਰਟਨਰਸ਼ਿਪ ਡੀਡ ਆ ਜੋ ਜਿਹੜਾ ਰਿਟਨ ਐਗਰੀਮੈਂਟ ਹੈ, ਠੀਕ ਹੈ, ਰਜਿਸਟੈਂਸ ਕੀ ਹੈ ਔਰਲ ਜਾਂ ਰਿਟਨ ਐਗਰੀਮੈਂਟ ਦੇ ਥਰੂ ਆ ਸਕਦੀ ਹੈ। ਕੀ ਹੁੰਦਾ ਕਹਿੰਦੇ ਬੈਟਰ ਹੁੰਦਾ ਜੇ ਕਿ ਉਹਨਾਂ ਦੇ ਵਿੱਚ ਕਿਸੇ ਵੀ ਡਿਸਪਿਊਟ ਨੂੰ ਬਚਣ ਦੇ ਲਈ ਰਿਟਨ ਐਗਰੀਮੈਂਟ ਹੋਵੇ। ਜਿਹੜਾ ਰਿਟਨ ਐਗਰੀਮੈਂਟ ਆ ਉਹਨੂੰ ਕੀ ਕਹਿੰਦੇ ਆਪਾਂ ਪਾਰਟਨਰਸ਼ਿਪ ਡੀਡ। ਡਿਟੇਲਸ ਇਹਦੀਆਂ ਕੀ ਨੇ ਪਾਰਟਨਰ, ਪਹਿਲਾਂ ਡਿਸਕ੍ਰਿਪਸ਼ਨਸ ਆਫ ਦੀ ਪਾਰਟਨਰ, ਹਰ ਇੱਕ ਪਾਰਟਨਰ ਦਾ ਨੇਮ, ਉਹਦਾ ਡਿਸਕ੍ਰਿਪਸ਼ਨਸ ਕੀ ਹੈ, ਉਹਦੇ ਐਡਰੈਸ ਕੀ ਹੈ। ਦੂਸਰਾ ਕੀ ਹੈ ਫਰਮ ਦਾ ਨੇਮ ਕੀ ਹੈ, ਫਰਮ ਦਾ ਐਡਰੈਸ ਕੀ ਹੈ। ਪ੍ਰਿੰਸੀਪਲ ਪਲੇਸ ਆਫ ਦੀ ਬਿਜ਼ਨਸ, ਐਡਰੈਸ ਕੀ ਹੈ, ਕਿੱਥੇ ਬਿਜ਼ਨਸ ਹੈ। ਨੇਚਰ ਆਫ ਦੀ ਬਿਜ਼ਨਸ, ਜਿਹੜੀ ਫਰਮ ਕੀ ਕਰਦੀ ਹੈ ਬਿਜ਼ਨਸ ਕਰ ਰਹੀ ਹੈ। ਕਮੈਂਸਮੈਂਟ ਆਫ ਦੀ ਬਿਜ਼ਨਸ, ਕਦੋਂ ਬਿਜ਼ਨਸ ਸ਼ੁਰੂ ਹੋਇਆ। ਕੈਪੀਟਲ ਕੰਟਰੀਬਿਊਸ਼ਨ, ਹਰ ਇੱਕ ਪਾਰਟਨਰ ਨੇ ਕਿੰਨੀ ਕੈਪੀਟਲ ਕੰਟਰੀਬਿਊਸ਼ਨ ਕੀਤੀ ਹੈ। ਕੀ ਕੈਪੀਟਲ ਅਕਾਊਂਟ ਫਿਕਸਡ ਹੋਣਗੇ ਜਾਂ ਫਲਕਚੁਏਟ ਹੋਣਗੇ, ਅੱਗੇ ਜਾ ਕੇ ਕਰਾਂਗੇ ਆਪਾਂ। ਇੰਟਰਸਟ ਔਨ ਕੈਪੀਟਲ, ਜੇ ਰੇਟ ਆਫ ਇੰਟਰਸਟ ਪਾਰਟਨਰਸ਼ਿਪ ਕੈਪੀਟਲ ਦੇ ਵਿੱਚ ਕੀ ਹੈ ਲਿਖਿਆ ਹੋਇਆ ਤਾਂ ਉਹਦੇ ਮੁਤਾਬਕ ਹੀ ਹੋਏਗਾ। ਇਸ ਤਰ੍ਹਾਂ ਇੰਟਰਸਟ ਦਾ ਰੇਟ ਜੇ ਕੀ ਹੈ ਚਾਰਜ ਕਰਨਾ ਤਾਂ ਉਹਦੇ ਵਿੱਚ ਪਾਰਟਨਰਸ਼ਿਪ ਡੀਡ ਦੇ ਵਿੱਚ ਲਿਖਿਆ ਹੋਇਆ। ਪ੍ਰੋਫਿਟ ਸ਼ੇਅਰ ਰੇਸ਼ੋ, ਜਿਹਦੇ ਵਿੱਚ ਪ੍ਰੋਫਿਟ ਤੇ ਲਾਸ ਉਹਨਾਂ ਨੇ ਆਪਸ ਵਿੱਚ ਸ਼ੇਅਰ ਕਰਨਾ। ਇੰਟਰਸਟ ਔਨ ਲੋਨ, ਰੇਟ ਆਫ ਇੰਟਰਸਟ ਔਨ ਲੋਨ ਜੇ ਕਿਸੇ ਪਾਰਟਨਰ ਤੋਂ ਲਿਆ ਤਾਂ ਉਹਦਾ ਰੇਟ ਕੀ ਹੋਏਗਾ। ਰੈਮੂਨਰੇਸ਼ਨਸ ਟੂ ਪਾਰਟਨਰ, ਕਿੰਨੀ ਸੈਲਰੀ ਕਮਿਸ਼ਨ ਜੇ ਕੀ ਹੈ ਕੋਈ ਪਾਰਟਨਰ ਕੰਮ ਕਰ ਰਿਹਾ ਫਰਮ ਦੇ ਲਈ ਤਾਂ ਉਹਦੇ ਵਿੱਚ ਮੈਂਸ਼ਨਸ ਹੋਏਗਾ। ਵੈਲਿਊਏਸ਼ਨਸ ਆਫ ਗੁੱਡਵਿਲ, ਅੱਗੇ ਮੈਥਡ ਆਫ ਜਿਹੜੀ ਗੁੱਡਵਿਲ ਦੇ ਵੈਲਿਊਏਸ਼ਨ ਦੇ ਆਪਾਂ ਕਰਾਂਗੇ ਵੀ ਜਦੋਂ ਕੋਈ ਐਡਮਿਸ਼ਨਸ ਹੁੰਦੀ ਹੈ ਪਾਰਟਨਰ ਦੀ ਜਾਂ ਰਿਟਾਇਰਮੈਂਟ ਹੁੰਦੀ ਹੈ ਜਾਂ ਡੈਥ ਹੁੰਦੀ ਹੈ ਤਾਂ ਉਹਦੀ ਵੈਲਿਊਏਸ਼ਨਸ ਕਿਸ ਤਰ੍ਹਾਂ ਕਰਨੀ ਹੈ। ਇਸ ਤਰ੍ਹਾਂ ਵੈਲਿਊਏਸ਼ਨਸ ਆਫ ਐਸੈਟਸ, ਕਿਹੜੇ ਉਹਨਾਂ ਨੂੰ ਵੈਲਿਊਏਸ਼ਨਸ ਕਰਨਾ। ਐਸੈਟਸ ਨੂੰ, ਐਸੈਟਸ ਆਫ ਦੀ ਫਰਮ ਕੀ ਹੈ ਵੈਲਿਊ ਟਾਈਮ ਟੂ ਟਾਈਮ ਹੁੰਦੇ ਨੇ ਜਦੋਂ ਰੀਕਨਸਟੀਟਿਊਸ਼ਨ ਮਤਲਬ ਚੇਂਜ ਇਨ ਪ੍ਰੋਫਿਟ ਸ਼ੇਅਰ ਰੇਸ਼ੋ ਹੋ ਰਹੀ ਹੈ, ਕੋਈ ਨਵਾਂ ਪਾਰਟਨਰ ਆ ਰਿਹਾ ਜਾਂ ਕੋਈ ਜਾ ਰਿਹਾ। ਸੈਟਲਮੈਂਟ ਆਫ ਅਕਾਊਂਟ, ਕਿਹੜੇ ਅਕਾਊਂਟ ਦੇ ਮੁਤਾਬਕ ਉਹਨਾਂ ਨੂੰ ਕੀ ਹੁੰਦੀ ਹੈ ਸੈਟਲਮੈਂਟ, ਕਿਸ ਤਰ੍ਹਾਂ ਉਹਨਾਂ ਦੇ ਅਕਾਊਂਟ ਦੇ ਕਰਨੇ ਆ। ਕੋਈ ਪਾਰਟਨਰ ਰਿਟਾਇਰ ਹੋ ਰਿਹਾ, ਕਿਸੇ ਦੀ ਡੈਥ ਹੋ ਰਹੀ ਹੈ। ਅਕਾਊਂਟਿੰਗ ਪੀਰੀਅਡ, ਡੇਟ ਆਫ ਕਿਹੜੀ ਅਕਾਊਂਟ ਤੋਂ ਕਦੋਂ ਅਕਾਊਂਟ ਕਲੋਜ਼ ਕਰਨਾ ਹਰ ਸਾਲ, ਠੀਕ ਹੈ। ਵੈਸੇ ਨਾਰਮਲੀ ਕੀ ਨੇ 31 ਮਾਰਚ ਨੂੰ ਹਰ ਵਾਰੀ ਕੀ ਕੀਤੇ ਜਾਂਦੇ ਨੇ ਬੁੱਕਸ ਕਲੋਜ਼ ਕੀਤੇ ਜਾਂਦੇ ਤੇ 1 ਅਪ੍ਰੈਲ ਨੂੰ ਸਟਾਰਟ ਹੁੰਦਾ। ਰਾਈਟਸ ਐਂਡ ਡਿਊਟੀਜ਼ ਆਫ ਪਾਰਟਨਰ, ਰਾਈਟਸ ਐਂਡ ਡਿਊਟੀਜ਼ ਆਫ ਪਾਰਟਨਰ ਕੀ ਨੇ, ਇਹ ਸਾਰੀਆਂ ਕਿਹੜੇ ਪਾਰਟਨਰ ਦੀ ਕਿਹੜੀ ਰਾਈਟਸ ਹੈ, ਕਿਹਦੀਆਂ ਕੀ ਡਿਊਟੀਜ਼ ਨੇ, ਸਾਰੀਆਂ ਮੈਂਸ਼ਨਸ ਕੀਤੀਆਂ ਨੇ। ਡਿਊਰੇਸ਼ਨਸ, ਪਾਰਟਨਰ ਦੇ ਪੀਰੀਅਡ ਕਿੰਨਾ ਹੈ, ਕੀ ਇਹ ਸਪੈਸੀਫਾਈਡ ਪੀਰੀਅਡ ਹੈ ਜਾਂ ਵੈਂਚਰਸ ਹੈ ਜਾਂ ਕੋਈ ਵਿਲ ਹੈ ਵੀ ਕਿਹੜੇ ਕੋਈ ਕੰਮ ਉਹਨਾਂ ਦਾ ਪੂਰਾ ਹੋ ਗਿਆ ਉਸ ਤੋਂ ਬਾਅਦ ਉਹ ਪਾਰਟਨਰਸ਼ਿਪ ਬੰਦ ਹੋ ਜਾਏਗੀ। ਬੈਂਕ ਅਕਾਊਂਟਿੰਗ ਆਪਰੇਸ਼ਨਸ, ਵੀ ਬੈਂਕ ਅਕਾਊਂਟ ਕਿਸ ਤਰ੍ਹਾਂ ਆਪਰੇਟ ਕਰਨਾ, ਵੀ ਇੱਕ ਪਾਰਟਨਰ ਕਰੂ ਜਾਂ ਉਹ ਕੀ ਹੈ ਜੁਆਇੰਟਲੀ ਕਰਨਗੇ। ਡੈਥ ਆਫ ਪਾਰਟਨਰ, ਜੇ ਪਾਰਟਨਰ ਦੀ ਕਿਸੇ ਦੀ ਡੈਥ ਹੁੰਦੀ ਹੈ ਤਾਂ ਫਰਮ ਕੰਟੀਨਿਊ ਰਹੇਗੀ ਜਾਂ ਉਹਦੀ ਬਾਈਂਡਿੰਗ ਅਪ ਹੋਏਗੀ। ਸੈਟਲਮੈਂਟ ਡਿਸਪਿਊਟਸ, ਕਿਸੇ ਪਾਰਟਨਰ 'ਚ ਆਪਸ ਵਿੱਚ ਡਿਸਪਿਊਟ ਹੋ ਜਾਂਦਾ ਤਾਂ ਉਹਨਾਂ ਨੂੰ ਕੀ ਹੈ ਕਿਸ ਤਰ੍ਹਾਂ ਸੈਟਲ ਕਰਨਾ। ਇਹ ਸਾਰੇ ਕੀ ਹੈ ਉਹਦੇ ਪਾਰਟਨਰਸ਼ਿਪ ਡੀਡ ਦੇ ਹੈ ਵੀ ਜਦੋਂ ਕੋਈ ਆਪਸ ਵਿੱਚ ਉਹਨਾਂ ਡਿਸਪਿਊਟ ਹੋ ਜੂ ਤਾਂ ਜੇ ਰਿਟਨ ਐਗਰੀਮੈਂਟ ਹੋਊਗਾ ਪਾਰਟਨਰਸ਼ਿਪ ਡੀਡ ਹੋਊ ਤਾਂ ਉਹਦੇ ਮੁਤਾਬਕ ਈਜ਼ੀਲੀ ਸੋਲਵ ਹੋ ਜਾਂਦਾ ਹੈ।
ਹੁਣ ਇੰਪੋਰਟੈਂਸ ਆਫ ਪਾਰਟਨਰਸ਼ਿਪ ਡੀਡ, ਕੀ ਇੰਪੋਰਟੈਂਸ ਹੈ ਪਹਿਲਾਂ ਵੀ ਤੁਹਾਨੂੰ ਦੱਸਿਆ। ਜੇ ਪਾਰਟਨਰਸ਼ਿਪ ਡੀਡ ਕੀ ਹੈ, ਉਹ ਰਿਟਨ ਐਗਰੀਮੈਂਟ ਹੋਊਗਾ ਉਹਨਾਂ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਰਿਲੇਸ਼ਨਸ ਕੀ ਹੈ, ਇੰਪੋਰਟੈਂਟ ਲੀਗਲ ਡਾਕੂਮੈਂਟ ਇਹ ਬਣ ਜਾਂਦਾ। ਕੋਈ ਡਿਸਪਿਊਟ ਹੋ ਜਾਂਦਾ ਪਹਿਲਾਂ ਤਾਂ ਅਰਾਈਜ਼ ਨਹੀਂ ਹੁੰਦਾ, ਕਿਉਂਕਿ ਪਾਰਟਨਰਸ਼ਿਪ ਡੀਡ ਦੇ ਵਿੱਚ ਆਲਰੇਡੀ ਸਾਰੀਆਂ ਕੰਡੀਸ਼ਨਸ ਲਿਖੀਆਂ ਹੁੰਦੀਆਂ ਨੇ। ਜੇ ਕੋਈ ਹੋ ਜਾਂਦਾ ਹੈ ਕੋਈ ਉਹਨਾਂ ਦੇ ਆਪਸ ਵਿੱਚ ਡਿਸਪਿਊਟ, ਤਾਂ ਪਾਰਟਨਰਸ਼ਿਪ ਡੀਡ ਦੇ ਬੇਸਿਸ ਦੇ ਉੱਤੇ ਉਹਨੂੰ ਸੋਲਵ ਹੁੰਦਾ ਹੈ। ਇਸ ਕਰਕੇ ਇਹਦੀਆਂ ਕੀ ਹੈ ਕਾਫੀ ਯੂਜ਼ਫੁਲ ਹੈ, ਕਿਉਂਕਿ ਹਰ ਇੱਕ ਜਿਹੜੇ ਮੈਂਬਰ ਆ ਉਹਨੂੰ ਰਾਈਟਸ ਡਿਊਟੀਜ਼ ਦਾ ਪਤਾ ਹੁੰਦਾ। ਜੇ ਕੋਈ ਡਿਸਪਿਊਟ ਅਰਾਈਜ਼ ਹੋ ਜੇ ਤਾਂ ਉਹ ਪਾਰਟਨਰਸ਼ਿਪ ਡੀਡ ਦੇ ਮੁਤਾਬਕ ਉਹਦੀ ਸੈਟਲਮੈਂਟ ਹੁੰਦੀ ਹੈ। ਕੀ ਇਹ ਇਸ ਪਾਰਟਨਰਸ਼ਿਪ ਡੀਡ ਅਸੈਂਸ਼ੀਅਲਸ ਹੈ? ਅਸੈਂਸ਼ੀਅਲਸ ਨਹੀਂ ਹੈ, ਡਿਜ਼ਾਇਰੇਬਲ ਹੈ। ਕੋਈ ਵੀ ਪਾਰਟਨਰਸ਼ਿਪ ਡੀਡ ਕਰ ਵੀ ਸਕਦਾ, ਰਿਟਰਨ ਨਹੀਂ ਵੀ ਕਰ ਸਕਦਾ, ਪਰ ਜੇ ਉਹਨਾਂ ਨੇ ਕੀਤੀ ਹੁੰਦੀ ਹੈ ਤਾਂ ਉਹਦੇ ਕੀ ਹੈ ਉਹਨਾਂ ਲਈ ਯੂਜ਼ਫੁਲ ਹੁੰਦੀ ਹੈ। ਹੁਣ ਕਿਹੜੀਆਂ ਪ੍ਰੋਵੀਜ਼ਨਸ ਨੇ ਜੇ ਪਾਰਟਨਰਸ਼ਿਪ ਡੀਡ ਨਹੀਂ ਹੈਗੀ ਤਾਂ ਕੀ ਕਰਨੀਆਂ ਨੇ? ਇਹਨਾਂ ਦੇ ਵਿੱਚ ਤੁਹਾਨੂੰ 1 ਨੰਬਰ ਦਾ ਸਮ ਆਉਂਦਾ ਹੈ ਜਿਹੜਾ ਬੇਸਿਕਲੀ, ਤਾਂ ਇਸ ਕਰਕੇ ਇਹਨੂੰ ਧਿਆਨ ਦੇ ਨਾਲ ਸੁਣੋ। ਸ਼ੇਅਰਿੰਗ ਔਨ ਪ੍ਰੋਫਿਟ ਐਂਡ ਲਾਸ, ਜੇ ਪਾਰਟਨਰਸ਼ਿਪ ਡੀਡ ਨਹੀਂ ਹੈਗੀ ਤਾਂ ਪ੍ਰੋਫਿਟ ਐਂਡ ਸ਼ੇਅਰ ਦਾ ਲਾਸ ਕੀ ਹੋਏਗਾ? ਪ੍ਰੋਫਿਟ ਐਂਡ ਲਾਸ ਉਹ ਕੀ ਕਰਨਗੇ? ਇਕੁਅਲੀ ਸ਼ੇਅਰ ਕਰਨਗੇ। ਇੰਟਰਸਟ ਔਨ ਕੈਪੀਟਲ, ਕੋਈ ਵੀ ਇੰਟਰਸਟ ਔਨ ਕੈਪੀਟਲ ਨਹੀਂ ਹੋਏਗਾ। ਇਸ ਤਰ੍ਹਾਂ ਇੰਟਰਸਟ ਔਨ ਡਰਾਇੰਗ, ਨੋ ਇੰਟਰਸਟ ਔਨ ਡਰਾਇੰਗ ਇਜ਼ ਅਲਾਉਡ। ਇੰਟਰਸਟ ਔਨ ਐਡਵਾਂਸ ਜਾਂ ਲੋਨ ਬਾਈ ਪਾਰਟਨਰ, ਜੇ ਕਿ ਇਹ ਨਹੀਂ ਹੈ ਪਾਰਟਨਰਸ਼ਿਪ ਡੀਡ ਤਾਂ 6% ਪਰ ਐਨਮ ਇੰਟਰਸਟ ਹੋਏਗਾ। ਰੈਮੂਨਰੇਸ਼ਨ ਸੈਲਰੀ ਕਿਸੇ ਵੀ ਪਾਰਟਨਰ ਨੂੰ ਨਹੀਂ ਦਿੱਤੀ ਜਾਏਗੀ। ਐਡਮਿਸ਼ਨ ਆਫ ਪਾਰਟਨਰ, ਕਹਿੰਦੇ ਨਿਊ ਪਾਰਟਨਰ ਕੈਂਟ ਵੀ ਇਨਵੈਂਟ ਅਨਲੈਸ ਆਲ ਪਾਰਟਨਰਸ ਐਗਰੀ ਨਹੀਂ ਹੁੰਦੇ, ਉਨੀ ਦੇਰ ਤੱਕ ਨਹੀਂ ਹੁੰਦਾ। ਦੁਬਾਰਾ ਧਿਆਨ ਦੇ ਨਾਲ ਸੁਣ ਲਓ। ਜੇ ਪਾਰਟਨਰਸ਼ਿਪ ਡੀਡ ਸਾਈਲੈਂਟ ਹੈ ਜਾਂ ਪਾਰਟਨਰਸ਼ਿਪ ਡੀਡ ਨਹੀਂ ਹੈਗੀ, 6 ਪ੍ਰੋਫਿਟ ਐਂਡ ਲਾਸ ਦਾ ਸ਼ੇਅਰ ਇਕੁਅਲ ਹੋਏਗਾ। ਕੋਈ ਵੀ ਇੰਟਰਸਟ ਔਨ ਕੈਪੀਟਲ, ਇੰਟਰਸਟ ਔਨ ਡਰਾਇੰਗ ਨਹੀਂ ਹੋਏਗੀ। ਕਿਸੇ ਪਾਰਟਨਰ ਨੂੰ ਸੈਲਰੀ ਰੈਮੂਨਰੇਸ਼ਨਸ ਨਹੀਂ ਦਿੱਤੀ ਹੋਏਗੀ। ਸਾਰੇ ਪਾਰਟਨਰ ਦੀ ਐਡਮਿਸ਼ਨ ਦੇ ਮੁਤਾਬਕ, ਪਰਮਿਸ਼ਨ ਦੇ ਮੁਤਾਬਕ ਉਹਨਾਂ ਦੇ ਨਵੇਂ ਪਾਰਟਨਰ ਦੀ ਐਡਮਿਸ਼ਨ ਹੋਊਗੀ। ਇੰਟਰਸਟ ਔਨ ਲੋਨ ਹੋਏਗਾ ਸਿਰਫ 6% ਦੇ ਹਿਸਾਬ ਨਾਲ, ਜੇ ਪਾਰਟਨਰਸ਼ਿਪ ਡੀਡ ਸਾਈਲੈਂਟ ਹੈ। ਹੁਣ ਸਬਜੈਕਟ ਟੂ ਐਗਰੀਮੈਂਟ ਅਮੰਗ ਪਾਰਟਨਰ, ਜੇ ਕਿ ਇੱਕ ਪਾਰਟਨਰ ਕੈਰੀਜ਼ ਬਿਜ਼ਨਸ ਕਰਦਾ ਕੰਪੀਟੀਸ਼ਨ ਵਿਦ ਦੀ ਫਰਮ, ਤਾਂ ਜਿਹੜਾ ਉਹ ਪ੍ਰੋਫਿਟ ਅਰਨ ਕਰਦਾ, ਠੀਕ ਹੈ, ਤਾਂ ਉਹਨੂੰ ਕੀ ਕਰਨਾ ਪਊਗਾ? ਇਹੋ ਜਿਹਾ ਫਰਮ ਨੂੰ ਪੇ ਕਰਨਾ ਪਏਗਾ। ਇਫ ਏ ਪਾਰਟਨਰ ਅਰਨਸ ਪ੍ਰੋਫਿਟ ਫਾਰ ਹਿਮਸੈਲਫ ਔਨ ਐਨੀ ਟ੍ਰਾਂਜੈਕਸ਼ਨ ਆਫ ਦੀ ਫਰਮ, ਉਹ ਜਾਂ ਯੂਜ਼ ਫਰਮ ਦੀ ਪ੍ਰੋਪਰਟੀ ਯੂਜ਼ ਕਰਕੇ ਕੀ ਕਰਦਾ, ਉਹ ਕੋਈ ਪ੍ਰੋਫਿਟ ਅਰਨ ਕਰਦਾ ਤਾਂ ਵੀ ਉਹਨੂੰ ਕੀ ਕਰਨਾ ਪਊਗਾ? ਦੇਣਾ ਪਏਗਾ। ਫਾਰ ਐਗਜ਼ਾਮਪਲ, ਪਾਰਟਨਰ ਗੈਟਸ ਕਮਿਸ਼ਨ ਫਰੋਮ ਦੀ ਬਾਇਰ ਆਫ ਗੁਡਸ ਔਨ ਗੁਡਸ ਸੋਲਡ ਬਾਏ ਦ ਫਰਮ, ਫਰਮ ਨੇ ਗੁਡਸ ਸੋਲਡ ਕਰਨੀਆਂ ਸੀਗੀਆਂ, ਉਹ ਤੇ ਉਹਨੇ ਕਮਿਸ਼ਨ ਰਿਸੀਵ ਕਰ ਲਈ। ਕਮਿਸ਼ਨ ਜਿਹੜੀ ਉਹਨੇ ਰਿਸੀਵ ਕੀਤੀ ਹੈ ਉਹ ਕੀ ਕਰਨੀ ਪਊਗੀ? ਫਰਮ ਨੂੰ ਪੇ ਕਰਨੀ ਪਏਗੀ। ਹੋਰ ਇੰਪੋਰਟੈਂਟ ਪ੍ਰੋਵੀਜ਼ਨਸ ਕੀ ਨੇ? ਆਲ ਪਾਰਟਨਰਸ ਐਗਰੀ ਹੁੰਦੀਆਂ ਨੇ ਤਾਂ ਮਾਈਨਰ ਐਡਮਿਟ ਹੁੰਦਾ ਬੈਨੀਫਿਟ ਆਫ ਪਾਰਟਨਰਸ਼ਿਪ। ਪਰਸਨਸ ਮੇ ਬੀ ਐਡਮਿਟ ਐਜ਼ ਏ ਪਾਰਟਨਰ ਇਹਦੇ ਕੰਸੈਂਟ ਆਫ ਐਗਜ਼ਾਈਟਿੰਗ ਪਾਰਟਨਰ, ਜਾਂ ਕਿ ਆ ਸਾਰੇ ਪਾਰਟਨਰ ਦੀ ਐਗਰੀਮੈਂਟ ਦੇ ਮੁਤਾਬਕ। ਪਾਰਟਨਰ ਮੇ ਬੀ ਰਿਟਾਇਰ ਫਰਮ ਦੀ ਆਈਦਰ ਕੰਸੈਂਟ ਆਫ ਆਲ ਅਦਰ ਪਾਰਟਨਰਸ ਔਰ ਅਕੋਰਡੈਂਸ ਵਿਦ ਦੀ ਐਗਰੀਮੈਂਟ ਜਿਹੜਾ ਹੋਇਆ। ਰਜਿਸਟ੍ਰੇਸ਼ਨ ਆਫ ਦੀ ਫਰਮ ਮੇਡ ਅੰਡਰ ਦੀ ਪਾਰਟਨਰਸ਼ਿਪ ਆਪਸ਼ਨਲ ਹੈ, ਕੰਪਲਸਰੀ ਨਹੀਂ ਹੈਗੀ ਜਿਸ ਤਰ੍ਹਾਂ ਪਾਰਟਨਰਸ਼ਿਪ ਡੀਡ ਨੇ, ਪਰ ਜੇ ਰਜਿਸਟ੍ਰੇਸ਼ਨ ਹੋਏਗੀ ਕੱਲ੍ਹ ਉਹਨਾਂ ਦੇ ਵਿੱਚ ਆਪਸ ਵਿੱਚ ਕੋਈ ਡਿਸਪਿਊਟ ਹੋ ਜਾਂਦਾ ਤਾਂ ਉਹਦੇ ਲਈ ਪ੍ਰੋਬਲਮ ਘੱਟ ਜਾਂਦੀ ਹੈ। ਅਨਲੈਸ ਅਦਰਵਾਈਜ਼ ਐਗਰੀਡ ਬਾਈ ਦੀ ਪਾਰਟਨਰ ਇਨ ਦੀ ਪਾਰਟਨਰਸ਼ਿਪ ਫਰਮ ਇਜ਼ ਡਿਸੋਲਵਡ ਔਨ ਦੀ ਡੈਥ ਆਫ ਏ ਫਰਮ, ਜੇ ਕੋਈ ਪਾਰਟਨਰਸ਼ਿਪ ਡੀਡ ਦੇ ਵਿੱਚ ਐਗਰੀਡ ਹੋਇਆ ਤਾਂ ਪਾਰਟਨਰਸ਼ਿਪ ਡੀਡ ਨੇ ਵਿੱਚ ਲਿਖਿਆ ਹੋਇਆ ਤਾਂ ਡੈਥ ਹੋ ਜਾਂਦੀ ਹੈ ਤਾਂ ਫਰਮ ਡਿਜ਼ੋਲਵ ਹੋਏਗੀ ਤੇ ਡਿਜ਼ੋਲਵ ਹੋਏਗੀ। ਕਹਿੰਦੇ ਇਹ ਅਬਵ ਪ੍ਰੋਵੀਜ਼ਨਸ ਇੰਡੀਅਨ ਪਾਰਟਨਰਸ਼ਿਪ ਐਕਟ ਦੀਆਂ ਅਪਲਾਈ ਹੁੰਦੀਆਂ ਨੇ ਪਾਰਟਨਰਸ਼ਿਪ ਡੀਡ ਜੇ ਐਗਜ਼ਿਸਟੈਂਸ ਨਹੀਂ ਹੋ ਰਹੀ। ਪ੍ਰੋਵੀਜ਼ਨਸ ਨੇ ਪਹਿਲਾਂ ਵੀ ਆਪਾਂ ਕਰ ਚੁੱਕੇ ਹਾਂ। ਇੰਡੀਅਨ ਪਾਰਟਨਰਸ਼ਿਪ ਐਕਟ ਦੀਆਂ ਪ੍ਰੋਵੀਜ਼ਨਸ ਆਫ ਦੀ ਇੰਡੀਆ, ਕਹਿੰਦੇ ਅਮਰੀਸ਼, ਲਲਿਤ ਐਂਡ ਚਾਰੂ ਪਾਰਟਨਰਸ ਹੈ ਵਿਦਆਊਟ ਪਾਰਟਨਰਸ਼ਿਪ। ਅਮਰੀਸ਼ ਕੰਟਰੀਬਿਊਟ ਮੋਰ ਕੈਪੀਟਲ ਦੈਨ ਅਦਰ ਪਾਰਟਨਰ ਡਿਮਾਂਡਸ ਇੰਟਰਸਟ ਔਨ ਕੈਪੀਟਲ ਐਡਿਡ 10%, ਬਟ ਲਲਿਤ ਤੇ ਆਪਾਂ ਕੀ ਕੀਤਾ ਸੀ? ਇੰਟਰਸਟ ਔਨ ਕੈਪੀਟਲ, ਕਿਉਂਕਿ ਉਹਨੇ ਕੰਟਰੀਬਿਊਟ ਜ਼ਿਆਦਾ ਕੀਤੀ ਹੈ, ਕਹਿੰਦਾ ਇੰਟਰਸਟ ਔਨ ਕੈਪੀਟਲ ਹੁਣ 10% ਚਾਹੀਦਾ, ਦੂਸਰੇ ਨਹੀਂ ਐਗਰੀ ਹੈਗੇ। ਹੁਣ ਪਾਰਟਨਰਸ਼ਿਪ ਡੀਡ ਸਾਈਲੈਂਟ ਹੈ ਤਾਂ ਕੀ ਕਰਨਾ ਪਊਗਾ? ਕੋਈ ਵੀ ਇੰਟਰਸਟ ਔਨ ਕੈਪੀਟਲ ਉਹਨੂੰ ਨਹੀਂ ਦਿੱਤਾ ਜਾਊ। ਲਲਿਤ ਰਿਪੋਰਟਸ ਫੁੱਲ ਟਾਈਮ ਇਨ ਦਾ ਬਿਜ਼ਨਸ ਐਂਡ ਡਿਮਾਂਡਸ ਸੈਲਰੀਜ਼, ਦੂਸਰੇ ਨਹੀਂ ਐਗਰੀ ਹੈਗੇ, ਤੇ ਇਹਦਾ ਮਤਲਬ ਉਹਨੂੰ ਕੋਈ ਵੀ ਸੈਲਰੀ ਨਹੀਂ ਦਿੱਤੀ ਜਾਊਗੀ ਕਿਉਂਕਿ ਪਾਰਟਨਰਸ਼ਿਪ ਡੀਡ ਕੀ ਹੈ? ਸਾਈਲੈਂਟ ਆ। ਉਹੀ ਪ੍ਰੋਵੀਜ਼ਨਸ ਇੱਥੇ ਲਾਗੂ ਹੋਣਗੇ। ਚਾਰੂ ਡਿਮਾਂਡਸ ਇੰਟਰਸਟ ਔਨ ਲੋਨ 50% ਹੈ, ਬਟ ਇੱਥੇ ਇੰਟਰਸਟ ਔਨ ਲੋਨ ਕਿੰਨਾ ਹੋਏਗਾ? 6% ਹੋਏਗਾ। ਅਮਿਤਾਭ ਵਿਦ ਰਿਟਰਨ 10% ਫॉर ਪਰਸਨਲ ਯੂਜ਼, ਲਲਿਤ ਐਂਡ ਚਾਰੂ ਐਂਡ, ਕਿਉਂਕਿ ਇੰਟਰਸਟ ਔਨ ਡਰਾਇੰਗ ਵੀ ਜੇ ਪਾਰਟਨਰਸ਼ਿਪ ਡੀਡ ਸਾਈਲੈਂਟ ਹੈ ਕੋਈ ਵੀ ਨਹੀਂ ਹੋਏਗਾ। ਪ੍ਰੋਫਿਟ ਬਿਫੋਰ ਟੇਕਿੰਗ ਇਨਟੂ ਅਕਾਊਂਟ ਅਬਵ ਕਲੇਮਸ 50,000 ਐਂਡ
ਤੇ ਉਹਨੇ ਕੀ ਕੀਤਾ, ਜ਼ਿਆਦਾ ਮੰਗ ਰਿਹਾ ਕੈਪੀਟਲ ਰੇਸ਼ੋ ਦੇ ਮੁਤਾਬਕ, ਬਟ ਕਿ ਇਹਨਾਂ ਦੀ ਇਕੁਅਲ ਰੇਸ਼ੋ ਹੋਏਗੀ। ਲਲਿਤ ਵਾਂਟਸ ਟੂ ਇੰਟਰੋਡਿਊਸ ਹਿਸ ਸਨ ਐਲਡਰ ਚਾਰ ਆਬਜੈਕਟਸ, ਤਾਂ ਜਿੰਨੀ ਦੇਰ ਤੱਕ ਸਾਰੇ ਪਾਰਟਨਰਸ ਐਗਰੀ ਨਹੀਂ ਹੁੰਦੇ ਉਨੀ ਦੇਰ ਤੱਕ ਉਹ ਆਪਸ ਵਿੱਚ ਨਹੀਂ ਕਿਸੇ ਪਾਰਟਨਰ ਨੂੰ ਐਡਮਿਟ ਕਰ ਸਕਦੇ। ਇਸ ਤਰ੍ਹਾਂ ਇੱਕ ਔਰਲ ਐਗਰੀਮੈਂਟ ਹੈ, ਠੀਕ ਹੈ। ਸੈਲਰੀ ਵਿਲ ਬੀ ਪੇਡ ਟੂ ਹੈਰੀ 10,000, ਕੋਈ ਨਹੀਂ ਦਿੱਤੀ ਜਾਊਗੀ, ਕਮਿਸ਼ਨ ਕੋਈ ਨਹੀਂ ਦਿੱਤੀ ਜਾਊਗੀ, ਇੰਟਰਸਟ ਕੋਈ ਨਹੀਂ ਦਿੱਤਾ ਜਾਏਗਾ, ਚਾਰਜ ਡਰਾਇੰਗ ਤੇ ਕੋਈ ਨਹੀਂ ਦਿੱਤਾ, ਪਾਰਟਨਰਸ ਕੋਈ ਵੀ ਐਡਮਿਟ ਨਹੀਂ ਹੋ ਸਕਦਾ ਜੇ ਪਾਰਟਨਰਸ਼ਿਪ ਡੀਡ ਸਾਈਲੈਂਟ ਹੈ। ਹੁਣ ਕੀ ਹੈ, ਚਾਰਜ ਅਗੇਂਸਟ ਪ੍ਰੋਫਿਟ ਐਂਡ ਐਪਰੋਸ਼ੀਏਸ਼ਨ ਆਫ ਪ੍ਰੋਫਿਟ। ਚਾਰਜ ਅਗੇਂਸਟ ਪ੍ਰੋਫਿਟ ਮਤਲਬ ਫਰਮ ਨੂੰ ਪ੍ਰੋਫਿਟ ਹੋਵੇ ਭਾਵੇਂ ਲਾਸ ਹੋਵੇ ਤਾਂ ਚਾਰਜ ਕੀ ਹੋਏਗਾ, ਦੇਣਾ ਹੀ ਪਏਗਾ। ਐਪਰੋਸ਼ੀਏਸ਼ਨ ਦਾ ਮਤਲਬ ਕੀ ਹੈ, ਜੇ ਫਰਮ ਨੂੰ ਪ੍ਰੋਫਿਟ ਹੋ ਰਿਹਾ ਤਾਂ ਸਿਰਫ ਤਾਂ ਹੀ ਦੇਣਾ ਪਏਗਾ। ਪੇਮੈਂਟ ਮੇਡ ਔਰ ਡਿਊ ਏ ਪਾਰਟਨਰ ਮੇ ਬੀ ਚਾਰਜ ਅਗੇਂਸਟ ਪ੍ਰੋਫਿਟ ਔਰ ਐਪਰੋਸ਼ੀਏਸ਼ਨ। तो चार्ज अगेंस्ट प्रॉफिट मीन्स एक्सपेंसिस ऑफ द फर्म एंड पेड वैदर द फर्म अर्नस प्रॉफिट और लॉस। चाहे फर्म प्रॉफिट अर्न कर रही है चाहे लॉस कर रही है तो वो की है चार्ज उन्होंने की है फर्म नूं पे करना ही पेगा। जिवें इंट्रस्ट ऑन लोन आ ਜਾਂ ਰੈਂਟ ਪੇਬਲ ਹੈ ਪਾਰਟਨਰ ਨੂੰ ਕਿਸੇ ਨੂੰ, ਦੀ ਬਿਲਡਿੰਗ ਯੂਜ਼ ਕਰ ਰਹੇ ਆ, ਮੈਨੇਜਰ ਦੀ ਕਮਿਸ਼ਨ ਹੈ, ਸਾਰੇ ਕੀ ਨੇ ਚਾਰਜ ਅਗੇਂਸਟ ਪ੍ਰੋਫਿਟ ਅਤੇ ਪੇਬਲ ਹੁੰਦੇ ਆ। ਆਉਂਦੇ ਆ ਸੈਲਰੀ, ਕਮਿਸ਼ਨ ਟੂ ਪਾਰਟਨਰਸ, ਇੰਟਰਸਟ ਔਨ ਕੈਪੀਟਲ ਟ੍ਰਾਂਸਫਰ, ਪ੍ਰੋਫਿਟ ਟੂ ਰਿਜ਼ਰਵ ਕੀ ਨੇ ਐਪਰੋਸ਼ੀਏਸ਼ਨਸ ਨੇ। ਜੇ ਪ੍ਰੋਫਿਟ ਹੋਏਗਾ ਤਾਂ ਸਿਰਫ ਤਾਂ ਹੀ ਦਿੱਤੇ ਜਾਣਗੇ। डिफरेंस बिटवीन चार्ज अगेंस्ट प्रॉफिट। चार्ज अगेंस्ट प्रॉफिट की है तुहानूं पहले भी दस चुके हैं, एक्सपेंसिज है डायरैक्ट किया जाता है रेवन्यू चों, चाहे प्रॉफिट हो चाहे लॉस हो। एप्रोशिएशन सिर्फ उदों ही होएगी जदों की है इनू आपां नूं प्रॉफिट होएगा। डेबिट टू ये प्रॉफिट एंड लॉस किया जाता है, चार्ज इनू की किया जाता है प्रॉफिट एंड लॉस एप्रोशिएशनस अकाउंट बनाया जाता है। अलाउड बिफोर एप्रोशिएशनस ऑफ प्रॉफिट तो पहला हुंदा है, एक ही हुंदा है आल ਜਿਹੜੇ ਚਾਰਜਿਸ ਆ ਕੱਟਣ ਤੋਂ ਬਾਅਦ ਫਿਰ ਐਪਰੀਸ਼ੀਏਟਡ ਹੁੰਦਾ ਹੈ। ਇਹਦੀ ਐਗਜ਼ਾਮਪਲਸ ਕੀ ਨੇ, ਰੈਂਟ ਪੇ ਟੂ ਏ ਪਾਰਟਨਰ, ਇੰਟਰਸਟ ਔਨ ਲੋਨ ਬਾਏ ਪਾਰਟਨਰਸ ਐਕਸਟਰਾ। ਇਹਦੇ ਵਿੱਚ ਕੀ ਹੋ ਗਿਆ, ਸੈਲਰੀ ਟੂ ਪਾਰਟਨਰਸ, ਇੰਟਰਸਟ ਔਨ ਕੈਪੀਟਲ ਟ੍ਰਾਂਸਫਰ ਆਫ ਪ੍ਰੋਫਿਟ ਟੂ ਜਨਰਲ ਰਿਜ਼ਰਵ। ਹੁਣ ਇੰਟਰਸਟ ਔਨ ਲੋਨ ਬਾਏ ਪਾਰਟਨਰ ਐਂਡ ਬਾਏ ਦੀ ਫਰਮ ਟੂ ਦਾ। ਇੰਟਰਸਟ ਔਨ ਲੋਨ ਬਾਏ ਦਾ ਪਾਰਟਨਰ ਟੂ ਦੇ ਫਰਮ। ਜੇ ਕੋਈ ਵੀ ਪਾਰਟਨਰ ਕੀ ਕਰਦਾ ਹੈ, ਲੋਨ ਜਾਂ ਐਡਵਾਂਸ ਫਰਮ ਦਿੱਤਾ ਤਾਂ ਕਿ ਉਹ ਇੰਟਰਸਟ ਐਗਰੀ ਰੇਟ ਜੇ ਰਿਟਰਨ ਪਾਰਟਨਰਸ਼ਿਪ ਡੀਡ ਦੇ ਵਿੱਚ ਹੈ ਲਿਖਿਆ ਉਹਦੇ ਮੁਤਾਬਕ ਲੈ ਸਕਦਾ ਹੈ। ਜੇ ਐਬਸੈਂਸ ਹੈ ਤਾਂ 6% ਪਰ ਐਨਮ ਹੋਏਗਾ। ਰੇਟ ਨੇਚਰ ਆਫ ਇੰਟਰਸਟ ਔਨ ਲੋਨ ਬਾਏ ਪਾਰਟਨਰ ਕੀ ਹੈ, ਚਾਰਜ ਅਗੇਂਸਟ ਪ੍ਰੋਫਿਟ ਹੈ। ਚਾਹੇ ਫਰਮ ਨੂੰ ਪ੍ਰੋਫਿਟ ਹੋਵੇ ਚਾਹੇ ਲਾਸ ਹੋਵੇ ਤਾਂ ਇਹ ਚਾਰਜ ਕਰਨਾ ਹੀ ਪੈਂਦਾ। ਆਪਾਂ ਪਹਿਲਾਂ ਕੀਤਾ ਸੀ ਇੰਟਰਸਟ ਔਨ ਲੋਨ ਬਾਏ ਦਾ ਪਾਰਟਨਰ ਐਂਡ ਬਾਏ ਦੀ ਫਰਮ ਟੂ ਦੀ ਪਾਰਟਨਰ। ਇੰਟਰਸਟ ਔਨ ਲੋਨ ਪਾਰਟਨਰ ਟੂ ਦੀ ਫਰਮ ਕੀ ਹੈ, ਇਹ ਕੀ ਕਰ ਸਕਦੇ ਆ, 6% ਹੈ ਇੰਟਰਸਟ ਔਨ ਲੋਨ ਇਹਨਾਂ ਨੂੰ ਕੀ ਮਿਲ ਸਕਦਾ, ਮਿਲ ਸਕਦਾ ਜੇ ਪਾਰਟਨਰਸ਼ਿਪ ਡੀਡ ਸਾਈਲੈਂਟ ਹੈ। ਇੱਕ ਕੀ ਹੈ, ਇਹ ਚਾਰਜ ਹੈ ਅਗੇਂਸਟ ਪ੍ਰੋਫਿਟ। ਫਰਮ ਨੂੰ ਭਾਵੇਂ ਚਾਰਜ ਤੇ ਐਪਰੀਸ਼ੀਏਸ਼ਨ ਤੁਸੀਂ ਡਿਫਰੈਂਸ ਸਮਝਦੇ ਹੋਗੇ, ਪਹਿਲਾਂ ਮੈਂ ਕਰਵਾ ਚੁੱਕੀ ਹਾਂ, ਠੀਕ ਹੈ। ਚਾਰਜ ਹੈ ਫਰਮ ਨੂੰ ਭਾਵੇਂ ਪ੍ਰੋਫਿਟ ਹੋਵੇ ਜਾਂ ਲਾਸ ਹੋਵੇ ਤਾਂ ਇੰਟਰਸਟ ਔਨ ਲੋਨ ਕੀ ਹੈ ਫਰਮ ਦੇਗੀ ਹਰ ਹਾਲਤ 'ਚ। ਇਹਦੇ ਅਕਾਊਂਟਿੰਗ ਟ੍ਰੇਡ ਇੰਟਰਸਟ ਔਨ ਲੋਨ ਕੀ ਹੈ, ਇੱਕ ਚਾਰਜ ਹੈ ਤੇ ਇਸ ਕਰਕੇ ਇਹਨੂੰ ਜਾਂ ਕਿ ਆਪਾਂ ਖਰਚਾ ਕਹਿੰਦੇ ਹਾਂ ਜਾਂ ਐਕਸਪੈਂਸ, ਇਸ ਕਰਕੇ ਇਹਨੂੰ ਕੀ ਕਰਦੇ ਹਾਂ ਡੈਬਿਟ ਕਰਦੇ ਹਾਂ। ਲੋਨ ਬਾਏ ਪਾਰਟਨਰ ਕਿਉਂਕਿ ਪਾਰਟਨਰ ਨੂੰ ਆਪਾਂ ਕੈਸ਼ ਦੇ ਵਿੱਚ ਨਹੀਂ ਦਿੰਦੇ ਹੈਗੇ, ਉਹਦੀ ਜਿਹੜਾ ਲੋਨ ਆ ਉਹਨੂੰ ਕੀ ਕਰ ਦਿੰਦੇ ਹਾਂ ਕ੍ਰੈਡਿਟ ਕਰ ਦਿੰਦੇ ਹਾਂ, ਇਨਕਰੀਜ਼ ਕਰ ਦਿੰਦੇ ਹਾਂ। ਟੂ ਕਲੋਜ਼ ਦੀ ਜਿਹੜਾ ਉਹਨੂੰ ਕਲੋਜ਼ ਕਰਨਾ ਹੈ ਤਾਂ ਕੀ ਕਰਾਂਗੇ, ਇਹਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਟ੍ਰਾਂਸਫਰ ਕਰਾਂਗੇ ਤੇ ਇੰਟਰਸਟ ਔਨ ਲੋਨ ਨੂੰ ਕ੍ਰੈਡਿਟ ਕਰ ਦਾਂਗੇ। ਪ੍ਰੋਫਿਟ ਐਂਡ ਲਾਸ 'ਚ ਕਿਉਂ ਕਰਾਂਗੇ, ਕਿਉਂਕਿ ਜੇ ਇਹ ਚਾਰਜ ਹੈ, ਜੇ ਐਪਰੀਸ਼ੀਏਸ਼ਨਸ ਹੋਏਗਾ ਤਾਂ ਪ੍ਰੋਫਿਟ ਐਂਡ ਲਾਸ ਐਪਰੀਸ਼ੀਏਸ਼ਨ, ਬਟ ਇੰਟਰਸਟ ਔਨ ਲੋਨ ਕੀ ਇੱਕ ਚਾਰਜ ਹੈ। ਹੁਣ ਡਿਸਟਿੰਕਸ਼ਨਸ ਲੋਨ ਤੇ ਕੈਪੀਟਲ ਅਕਾਊਂਟ 'ਚ ਕੀ ਹੈ, ਇੰਡੀਅਨ ਪਾਰਟਨਰਸ਼ਿਪ ਐਕਟ ਹੈ ਜਿਹੜਾ 1932 ਆ। ਲੋਨ ਬਾਏ ਪਾਰਟਨਰ ਕੀ ਹੈ, ਰੀਪੇਬਲ ਔਨ ਡਿਸਟ੍ਰੀਬਿਊਸ਼ਨਸ। ਜਿਹੜਾ ਲੋਨ ਆ ਫਰਮ ਦੀ ਉਹਦੇ ਪਾਰਟਨਰ ਨੂੰ ਪੇਮੈਂਟ ਕੈਪੀਟਲ ਜਿਹੜੀ ਪੇਮੈਂਟ ਕਰਨ ਤੋਂ ਪਹਿਲਾਂ ਇਹਦੀ ਪੇਮੈਂਟ ਕੀਤੀ ਜਾਂਦੀ ਹੈ। ਕੋਈ ਜੇ ਪਾਰਟਨਰਸ਼ਿਪ ਡੀਡ ਕੀ ਹੈ ਸਾਈਲੈਂਟ ਹੈ ਜਾਂ ਐਬਸੈਂਸ ਐਗਰੀਮੈਂਟ ਹੈ ਤਾਂ ਇੰਟਰਸਟ ਔਨ ਲੋਨ 6% ਦਿੱਤਾ ਜਾਂਦਾ, ਜਦੋਂ ਕਿ ਕੈਪੀਟਲ 'ਤੇ ਕੋਈ ਵੀ ਇੰਟਰਸਟ ਨਹੀਂ ਦਿੱਤਾ ਜਾਂਦਾ। ਇਲਸਟ੍ਰੇਸ਼ਨਸ ਦੇਖੋ, ਥਰਡ अमित विमल चमन की पार्टनर्स है शेयर प्रॉफिट इक्वली। अमित ते चमन की है लोन टू दी फर्म 1 अक्टूबर 2019 1 लाख 150 रिस्पेक्टली। इट इज एग्रीगेट इंटरेस्ट at the rate 9% per annum will be paid. Books of account of the firm are closed on 31st March every year. Interest on loan is yet to be paid on 30. पहला देखो बैंक अकाउंट डेबिट कितना है, कितना दिता उन्होंने 1 लाख ते 1 लाख एंड 1,50,000। बैंक अकाउंट डेबिट क्योंकि फर्म को आया लोन 2,50,000 टू लोन बाय अमित 1 लाख टू लोन बाय चमन 1,50,000। हम इंटरस्ट ऑन लोन
ਕਿੰਨੇ ਪਰਸੈਂਟ ਹੈ ਇੰਟਰਸਟ ਔਨ 9% ਪਰ ਐਨਮ। ਇੰਟਰਸਟ ਔਨ 9 ਬਾਈ ਪਾਰਟਨਰ ਕਿੰਨਾ ਹੋ ਗਿਆ, ਜਿਹੜਾ ਲੋਨ ਬਾਈ ਅਮਿਤ ਆ ਉਹ 'ਤੇ ਇੰਟਰਸਟ ਕਿੰਨਾ ਹੋ ਗਿਆ 9% ਦੇ ਹਿਸਾਬ ਨਾਲ 6 ਮੰਥ ਦਾ। ਠੀਕ ਹੈ, 1 ਅਕਤੂਬਰ ਨੂੰ ਉਹਨਾਂ ਨੇ ਦਿੱਤਾ ਅਤੇ 31 ਬੁੱਕਸ ਕੀ ਹੋ ਜਾਂਦੀਆਂ ਨੇ, ਕਲੋਜ਼ ਹੋ ਜਾਂਦੀਆਂ ਨੇ। 9% ਦੇ ਹਿਸਾਬ ਨਾਲ 6 ਮੰਥਸ ਦਾ ਕਿੰਨਾ ਹੋ ਗਿਆ 4500। ਚਮਨ ਦਾ ਕਿੰਨਾ ਹੋ ਗਿਆ 6750। ਟੋਟਲ ਕਿੰਨਾ ਆ ਗਿਆ 11250। ਹੁਣ ਇਹਨੂੰ ਕੀ ਕਰਾਂਗੇ, ਪ੍ਰੋਫਿਟ ਐਂਡ ਲੋਸ ਅਕਾਊਂਟ 'ਚ ਟ੍ਰਾਂਸਫਰ ਕਰਾਂਗੇ। ਪ੍ਰੋਫਿਟ ਐਂਡ ਲੋਸ ਅਕਾਊਂਟ ਡੈਬਿਟ 11250 ਟੂ ਇੰਟਰਸਟ ਔਨ ਲੋਨ ਬਾਈ ਪਾਰਟਨਰ 11250। ਹੁਣ ਲੋਨ ਬਾਈ ਅਮਿਤ ਅਕਾਊਂਟ ਕੀ ਹੋਏਗਾ, ਉਹਨੇ ਕਿੰਨਾ ਪੇਮੈਂਟ ਕੀਤੀ ਹੈ ਬਾਈ ਬੈਂਕ 1 ਲੱਖ। ਇੰਟਰਸਟ ਔਨ ਲੋਨ ਕਿੰਨਾ ਹੋ ਗਿਆ 4500। 1 ਲੱਖ 4500 ਟੂ ਬੈਲੈਂਸ ਕੈਰੀਡ ਔਨ ਕਿੰਨਾ ਹੋ ਗਿਆ 1 ਲੱਖ 4000। ਉਹਨੂੰ ਅੱਗੇ ਕੀ ਕਰ ਦਾਂਗੇ ਨੈਕਸਟ ਈਅਰ 'ਚ ਬਰੋਡ ਡਾਊਨ ਹੋ ਗਿਆ 1 ਅਪ੍ਰੈਲ 20 ਨੂੰ। ਇਸ ਤਰ੍ਹਾਂ ਹੀ ਲੋਨ ਬਾਈ ਚਮਨ ਕਿੰਨਾ ਹੋ ਗਿਆ ਬਾਈ ਬੈਂਕ 1 ਲੱਖ 50। ਇੰਟਰਸਟ ਔਨ ਕਿੰਨਾ ਹੋ ਗਿਆ 6750। 1 ਲੱਖ 56,750 ਟੂ ਬੈਲੈਂਸ ਕੈਰੀਡ ਔਨ 1 ਲੱਖ 56,750 ਬੈਲੈਂਸ। ਹੁਣ ਇਸ ਤਰ੍ਹਾਂ ਹੀ ਇੰਟਰਸਟ ਔਨ ਲੋਨ ਅਲੱਗ-ਅਲੱਗ ਐਗਜ਼ਾਮਪਲ ਨੇ। ਹੁਣ ਜੇ ਕੀ ਕੀਤਾ ਹੈ ਫਰਮ ਨੇ ਕੀ ਕੀਤਾ ਹੈ, ਇਹਦੇ ਇੰਟਰਸਟ ਔਨ ਲੋਨ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ, ਟਾਈਮ ਪੀਰੀਅਡ ਦਾ ਜ਼ਰੂਰ ਧਿਆਨ ਰੱਖਣਾ। ਜਿਵੇਂ ਡੈਪਰੀਸ਼ੀਏਸ਼ਨ ਕਰਦੇ ਸੀ ਤਾਂ ਇਸ ਤਰ੍ਹਾਂ ਹੀ ਇਹਦੇ ਵਿੱਚ ਵੀ ਕੀ ਕਰਨਾ ਆਪਾਂ ਧਿਆਨ ਰੱਖਣਾ, ਕਿਉਂਕਿ ਜਿਹੜਾ ਇੰਟਰਸਟ ਔਨ ਲੋਨ ਕਰਨਾ ਆਪਾਂ ਟਾਈਮ ਪੀਰੀਅਡ ਦੇ ਹਿਸਾਬ ਨਾਲ ਆਪਾਂ ਦੇਖਾਂਗੇ ਰੇਟ ਕਿੰਨਾ ਅਤੇ ਕਿੰਨਾ ਟਾਈਮ ਪੀਰੀਅਡ ਆਪਣਾ ਇੰਟਰਸਟ ਹੈ। ਜੇ ਆਪਣੀ ਕੈਪੀਟਲ ਜੇ ਕੈਪੀਟਲ 'ਤੇ ਇੰਟਰਸਟ ਕੱਢਣਾ, ਜੇ ਲੋਨ 'ਤੇ ਕੱਢਣਾ ਤਾਂ ਲੋਨ ਕਿੰਨਾ ਟਾਈਮ ਆਪਣੇ ਕੋਲ ਗਿਆ। ਹੁਣ ਇੰਟਰਸਟ ਔਨ ਲੋਨ ਬਾਈ ਦੀ ਫਰਮ ਟੂ ਦੀ ਪਾਰਟਨਰ। ਫਰਮ ਕੀ ਹੈ, ਲੋਨ ਕੀ ਹੈ, ਪਾਰਟਨਰ ਨੂੰ ਵੀ ਦੇ ਸਕਦੀ ਹੈ। 12 ਚਾਰਜ ਇੰਟਰਸਟ ਔਨ ਦੀ ਲੋਨ ਗਿਵਨ ਐਟ ਦੀ ਰੇਟ ਐਗਰੀਡ ਮੰਗਦਾ। ਇਫ ਪਾਰਟਨਰਸ਼ਿਪ ਡਜ਼ ਨਾਟ ਪ੍ਰੋਵਾਈਡ ਦਾ ਚਾਰਜ ਇੰਟਰਸਟ ਔਨ ਲੋਨ ਜਾਂ ਐਗਰੀਮੈਂਟ, ਉਹਦੇ ਵਿੱਚ ਨਹੀਂ ਤਾਂ ਇੰਟਰਸਟ ਕੀ ਹੈ ਲੋਨ 'ਤੇ ਨਹੀਂ ਲੋਨ ਕਿਆ ਗਿਵਨ ਹੈਗਾ। ਇਫ ਇੰਟਰਸਟ ਚਾਰਜ ਲੋਨ ਬਾਈ ਫਰਮ ਟੂ ਦਾ ਪਾਰਟਨਰ, ਇੰਟਰਸਟ ਕੀ ਕਰਾਂਗੇ ਆਪਾਂ ਕ੍ਰੈਡਿਟ ਕਰ ਦਾਂਗੇ ਪ੍ਰੋਫਿਟ ਐਂਡ ਲੋਸ ਨੂੰ, ਅਤੇ ਡੈਬਿਟ ਆਫ ਪਾਰਟਨਰਸ ਕੈਪੀਟਲ ਅਕਾਊਂਟ, ਕਿਉਂਕਿ ਪਾਰਟਨਰਸ ਦੀ ਕੈਪੀਟਲ ਅਕਾਊਂਟ ਨੂੰ ਜਾਂ ਕਰੰਟ ਅਕਾਊਂਟ ਨੂੰ ਡੈਬਿਟ ਕਰਾਂਗੇ। ਪਾਰਟਨਰਸ ਕੈਪੀਟਲ ਜਾਂ ਕਰੰਟ ਅਕਾਊਂਟ ਡੈਬਿਟ ਟੂ ਇੰਟਰਸਟ ਔਨ ਲੋਨ ਟੂ ਪਾਰਟਨਰ। ਇਸ ਤਰ੍ਹਾਂ ਇੰਟਰਸਟ ਔਨ ਲੋਨ ਟੂ ਪਾਰਟਨਰ ਟੂ ਪ੍ਰੋਫਿਟ ਐਂਡ ਲੋਸ। ਹੁਣ ਜਿਸ ਤਰ੍ਹਾਂ ਇੰਟਰਸਟ ਔਨ ਲੋਨ ਇੱਕ ਕੀ ਸੀ ਚਾਰਜ ਸੀ, ਇਸ ਤਰ੍ਹਾਂ ਹੀ ਰੈਂਟ ਪੇਡ ਜਾਂ ਪੇਬਲ ਟੂ ਏ ਪਾਰਟਨਰ। ਕਿਸੇ ਪਾਰਟਨਰ ਨੇ ਕੀ ਕੀਤੀ, ਆਪਦੀ ਬਿਲਡਿੰਗ ਕੀ ਹੈ ਫਰਮ ਨੂੰ ਕਿਰਾਏ 'ਤੇ ਦਿੱਤੀ ਹੋਈ ਹੈ, ਤਾਂ ਜਿਹੜਾ ਰੈਂਟ ਆ ਉਹ ਵੀ ਇੱਕ ਕੀ ਹੈ ਚਾਰਜ ਹੈ। ਰੈਂਟ ਪੇਡ ਜਾਂ ਪੇਬਲ ਟੂ ਪਾਰਟਨਰ ਕੀ ਹੈ ਚਾਰਜ ਅਗੇਂਸਟ ਪ੍ਰੋਫਿਟ। ਕੋਈ ਐਪਰੀਸ਼ੀਏਸ਼ਨਸ ਨਹੀਂ ਹੈਗੀ, ਕਿਉਂਕਿ ਇਹ ਫਰਮ ਨੂੰ ਰੈਂਟ ਆਪਾਂ ਨੂੰ ਕੀ ਕਰਨਾ ਪਊਗਾ ਪੇ ਕਰਨਾ ਹੀ ਪਏਗਾ, ਫਰਮ ਨੂੰ ਪ੍ਰੋਫਿਟ ਹੋਵੇ ਭਾਵੇਂ ਲੋਸ ਹੋਵੇ, ਕਿਉਂਕਿ ਰੈਂਟ ਪੇਬਲ ਪਾਰਟਨਰ ਉਹਦੀ ਕਿਉਂਕਿ ਆਪਾਂ ਪਰਸਨਲ ਜਿਹੜੀ ਉਹਦੀ ਪ੍ਰੋਪਰਟੀ ਹੈ ਫਰਮ ਕੀ ਕਰ ਰਹੀ ਹੈ ਉਹ ਯੂਜ਼ ਕਰ ਰਹੀ ਹੈ। ਰੈਂਟ ਮੇ ਵੀ ਪੈਡ ਜਾਂ ਕੈਸ਼ ਨਾਲ ਦਿੱਤਾ ਜਾ ਸਕਦਾ ਜਾਂ ਚੈੱਕ ਦੇ ਥਰੂ ਜੇ ਦਿੱਤਾ ਜਾ ਸਕਦਾ ਡੂਰਿੰਗ ਦਾ ਜੇ ਜਿਹੜਾ ਪਾਰਟਨਰ ਨੂੰ ਇਹ ਦਿਓ। ਜੇ ਡਿਊ ਹੋਊਗਾ ਤਾਂ ਸਟਿਲ ਪੇਬਲ ਹੋਊਗਾ, ਜੇ ਪੇਡ ਹੈ ਤਾਂ ਜਦੋਂ ਪੇਡ ਹੋ ਗਿਆ ਉਦੋਂ ਰੈਂਟ ਅਕਾਊਂਟ ਡੈਬਿਟ। ਠੀਕ ਹੈ, ਆਪਾਂ ਕਰ ਦਾਂਗੇ ਟੂ ਕੈਸ਼ ਐਟ ਦੀ ਐਂਡ ਆਫ ਦਾ। ਜੇ ਆਪਾਂ ਕੀ ਨਹੀਂ ਪੇ ਕੀਤਾ ਤਾਂ ਇਹਦੀਆਂ ਐਂਟਰੀਆਂ ਦੇਖੋ, ਜੇ ਰੈਂਟ ਪੇ ਕਰਤਾ ਰੈਂਟ ਅਕਾਊਂਟ ਡੈਬਿਟ ਟੂ ਕੈਸ਼ ਜਾਂ ਬੈਂਕ। ਜੇ ਨਹੀਂ ਪੇ ਕੀਤਾ ਰੈਂਟ ਅਕਾਊਂਟ ਡੈਬਿਟ ਟੂ ਰੈਂਟ ਪੇਬਲ, ਆਪਾਂ ਆਊਟਸਟੈਂਡਿੰਗ ਖੜਾ ਕਰ ਦਾਂਗੇ। ਜਦੋਂ ਕੀ ਹੈ ਰੈਂਟ ਅਕਾਊਂਟ ਟ੍ਰਾਂਸਫਰ ਕਰਾਂਗੇ ਪ੍ਰੋਫਿਟ ਐਂਡ ਲੋਸ ਅਕਾਊਂਟ ਡੈਬਿਟ ਟੂ ਰੈਂਟ। ਠੀਕ ਹੈ, ਇਹ 'ਚ ਹੁਣ ਅੰਮ੍ਰਿਤ ਅਤੇ ਬਿਮਲ ਕੀ ਹੈ ਪਾਰਟਨਰ ਹੈ। ਬਿਮਲ ਨੇ ਆਪਣੀ ਪਰਸਨਲ ਪ੍ਰੋਪਰਟੀ ਫਸਟ ਅਪ੍ਰੈਲ 2009 ਨੋਰਮਲ ਰੈਂਟ 5000 ਦਿੱਤੇ। ਫਰਮ ਨੇ ਕੀ ਹੈ ਅਪ੍ਰੈਲ ਟੂ ਫਰਵਰੀ 20 ਇਸ਼ੂਗੇ ਚੈੱਕ ਕੀ ਕਰਤਾ ਉਹਨੂੰ ਪੇ ਕਰਤਾ। ਤੇਰੀ ਪਹਿਲੀ ਐਂਟਰੀ ਹੋ ਗਈ ਰੈਂਟ ਅਕਾਊਂਟ ਡੈਬਿਟ ਟੂ ਬੈਂਕ ਕਿੰਨਾ ਹੋ ਗਿਆ 55,000, ਕਿਉਂਕਿ 11 ਮਹੀਨੇ ਦਾ ਹੋਏਗਾ ਅਪ੍ਰੈਲ ਟੂ ਫਰਵਰੀ। ਮਾਰਚ ਤੱਕ ਨਹੀਂ ਹੈਗਾ, ਜੇ ਮਾਰਚ ਤੱਕ ਹੁੰਦਾ 12 ਮਹੀਨੇ ਦਾ। ਹਜੇ ਪੇ ਕਿੰਨਾ ਕਰਨਾ 1 ਮਹੀਨੇ ਦਾ ਪੇ ਕਰਨਾ। ਰੈਂਟ ਟੂ ਰੈਂਟ ਪੇਬਲ 5000। ਪ੍ਰੋਫਿਟ ਐਂਡ ਲੋਸ 'ਚ ਆਪਾਂ ਕੀ ਕਰਾਂਗੇ ਸਾਰੇ ਸਾਲ ਦਾ ਪਾਵਾਂਗੇ ਪ੍ਰੋਫਿਟ ਐਂਡ ਲੋਸ ਅਕਾਊਂਟ ਡੈਬਿਟ ਟੂ ਰੈਂਟ 60,000। ਹੁਣ ਇਸ ਤਰ੍ਹਾਂ ਹੀ ਮੈਨੇਜਰਸ ਦੀ ਕਮਿਸ਼ਨ ਹੈ, ਜਿਹੜੀ ਮੈਨੇਜਰਸ ਕਮਿਸ਼ਨ ਕੀ ਹੈ ਇੰਪਲਾਈ ਆਫ ਦੀ ਫਰਮ, ਇਸ ਕਰਕੇ ਉਹਦਾ ਜਿਹੜਾ ਅਮਾਊਂਟ ਡਿਊ ਹੈ ਕਮਿਸ਼ਨਸ ਪੇਬਲ ਹੈ ਕੀ ਹੈ ਫਰਮ ਭਾਵੇਂ ਪ੍ਰੋਫਿਟ ਕਰੇ ਜਾਂ ਕੀ ਹੈ ਲੋਸ ਡਿਸਟਰੀਬਿਊਸ਼ਨ ਲੋਸ ਹੋਏ ਫਰਮ ਨੂੰ ਜਿਹੜੀ ਮੈਨੇਜਰਸ ਦੀ ਕਮਿਸ਼ਨ ਕੀ ਕਰਨੀ ਪਊਗੀ ਪ੍ਰੋਫਿਟ ਐਂਡ ਲੋਸ 'ਚ ਡੈਬਿਟ ਕਰਨੀ ਪਏਗੀ। ਨੈਕਸਟ ਆ ਜਾਓ ਡਿਸਟਰੀਬਿਊਸ਼ਨ ਆਫ ਪ੍ਰੋਫਿਟ ਅਮੰਗ ਪਾਰਟਨਰਸ ਪ੍ਰੋਫਿਟ ਐਂਡ ਲੋਸ ਐਪਰੇਸ਼ਨ। ਤੁਹਾਨੂੰ ਪਹਿਲਾਂ ਵੀ ਦੱਸਿਆ ਪ੍ਰੋਫਿਟ ਐਂਡ ਲੋਸ ਅਕਾਊਂਟ ਕੀ ਹੈ ਇੱਕ ਚਾਰਜ ਹੈ, ਭਾਵੇਂ ਫਰਮ ਨੂੰ ਪ੍ਰੋਫਿਟ ਹੋਵੇ ਭਾਵੇਂ ਲੋਸ ਹੋਵੇ। ਹੁਣ ਜਿਵੇਂ ਤੁਸੀਂ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ +1 'ਚ ਟ੍ਰੇਡਿੰਗ ਅਕਾਊਂਟ ਪ੍ਰੋਫਿਟ ਐਂਡ ਲੋਸ ਦੇ ਬੈਲੈਂਸ ਸ਼ੀਟ ਬਣਾਈ ਸੀ, ਇਸ ਤਰ੍ਹਾਂ ਹੀ ਫਰਮ ਨੂੰ ਕੀ ਕਰਨਾ ਪੈਂਦਾ ਹੈ
ਪ੍ਰੋਫਿਟ ਐਂਡ ਲੋਸ ਅਕਾਊਂਟ। ਉਸ ਤੋਂ ਬਾਅਦ ਕੀ ਇਹ ਕਰਨਾ ਪੈਂਦਾ ਹੈ, ਜਦੋਂ ਪ੍ਰੋਫਿਟ ਐਂਡ ਲੋਸ ਅਕਾਊਂਟ ਬਣ ਗਿਆ ਬੈਲੈਂਸ ਸ਼ੀਟ ਤੋਂ ਪਹਿਲਾਂ, ਤੇ ਪ੍ਰੋਫਿਟ ਐਂਡ ਲੋਸ ਤੋਂ ਬਾਅਦ 'ਚ ਕੀ ਇੱਕ ਅਕਾਊਂਟ ਕੀ ਕਰਨਾ ਪੈਂਦਾ ਪਾਰਟਨਰਸ਼ਿਪ ਨੂੰ, ਪ੍ਰੋਫਿਟ ਐਂਡ ਲੋਸ ਐਪਰੀਸ਼ੀਏਸ਼ਨ ਅਕਾਊਂਟ ਕਰਨਾ ਪੈਂਦਾ, ਤਾਂ ਕਿ ਨੈੱਟ ਪ੍ਰੋਫਿਟ ਜਾਂ ਨੈੱਟ ਲੋਸ ਦਾ ਆਪਾਂ ਨੂੰ ਕੀ ਵਜੇ ਪਤਾ ਲੱਗ ਜਾਵੇ। ਇਹ ਅਕਾਊਂਟ ਕੀ ਹੈ, ਐਕਸਟੈਂਸ਼ਨਸ ਹੈ ਪ੍ਰੋਫਿਟ ਐਂਡ ਲੋਸ ਅਕਾਊਂਟ ਤੋਂ। ਤੇ ਕ੍ਰੈਡਿਟ ਕੀ ਕੀਤਾ ਜਾਂਦਾ ਨੈੱਟ ਪ੍ਰੋਫਿਟ, ਜੇ ਨੈੱਟ ਪ੍ਰੋਫਿਟ ਹੈ, ਜੇ ਲੋਸ ਹੈ ਤਾਂ ਡੈਬਿਟ ਸਾਈਡ ਤੇ ਕੀ ਕੀਤਾ ਜਾਂਦਾ ਨੈੱਟ ਲੋਸ। ਕ੍ਰੈਡਿਟ ਵਿਦ ਦੀ ਅਮਾਊਂਟ ਆਫ ਇੰਟਰਸਟ ਔਨ ਡਰਾਇੰਗ, ਤੇ ਡੈਬਿਟ ਕੀਤਾ ਜਾਂਦਾ ਇੰਟਰਸਟ ਔਨ ਕੈਪੀਟਲ, ਸੈਲਰੀਜ਼, ਕਮਿਸ਼ਨਸ। ਇਫ ਦਾ ਪਾਰਟਨਰ ਸਾਈਡ ਐਨ ਅਮਾਊਂਟ ਇਜ਼ ਟ੍ਰਾਂਸਫਰ ਟੂ ਰਿਜ਼ਰਵ ਬੈਲੈਂਸ, ਪ੍ਰੋਫਿਟ ਕੀ ਹੋਊਗਾ ਇੰਡੀਵਿਜੂਅਲ ਹੋਊਗਾ, ਤਾਂ ਜਿੰਨਾ ਉਹਨਾਂ ਨੇ ਕਿਹਾ ਅਮਾਊਂਟ ਉਹਨਾਂ ਕੀ ਹੋ ਜਾਊਗਾ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਹੋ ਜਾਏਗਾ। ਹੁਣ ਕਹਿੰਦੇ ਨੈੱਟ ਪ੍ਰੋਫਿਟ ਆਪਾਂ ਕੀ ਹੈ ਕਿੱਥੋਂ ਮਿਲ ਗਿਆ ਆਪਾਂ ਨੂੰ, ਆਪਰੇਟਿੰਗ ਤੇ ਨਾਨ ਆਪਰੇਟਿੰਗ ਐਕਟੀਵਿਟੀਜ਼ ਫਰਮ ਦੀਆਂ, ਉਹਨਾਂ ਨੂੰ ਕੱਢ ਕੇ ਆਪਾਂ ਕੀ ਕੀਤਾ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾ ਕੇ ਨੈੱਟ ਪ੍ਰੋਫਿਟ ਕੱਢ ਲਿਆ। ਉਹਦੇ ਵਿੱਚੋਂ ਡਿਵੀਜ਼ੀਬਲ ਪ੍ਰੋਫਿਟ, ਹੁਣ ਜਿਹੜੇ ਪਾਰਟਨਰ ਉਹਦੇ ਵਿੱਚ ਤਾਂ ਇੱਕੋ ਹੀ ਵਿਅਕਤੀ ਹੁੰਦਾ ਸੋਲ ਪ੍ਰੋਪਰਾਈਟਰਸ਼ਿਪ, ਉਸ ਨੂੰ ਡਿਵੀਜ਼ੀਬਲ ਹੋ ਜਾਂਦਾ। ਬਟ ਕਿ ਜਿਹੜੀ ਪਾਰਟਨਰਸ਼ਿਪ ਆ ਉਹਦੇ ਵਿੱਚ ਇੱਕ ਵਿਅਕਤੀ ਨਹੀਂ ਹੁੰਦਾ, ਸਾਰੇ ਵਿਅਕਤੀ ਅਲੱਗ-ਅਲੱਗ ਪਾਰਟਨਰਸ ਹੁੰਦੇ ਆ। ਤਾਂ ਉਸ ਕਰਕੇ ਕਿਸੇ ਪਾਰਟਨਰ ਦੀ ਸੈਲਰੀਜ਼ ਹੁੰਦੀ ਹੈ, ਕਿਸੇ ਦੇ ਕਮਿਸ਼ਨਸ ਹੁੰਦੇ ਆ, ਕਿਸੇ ਨੂੰ ਕੋਈ ਰੈਮੂਨਰੇਸ਼ਨਸ, ਕਿਸੇ ਦੀ ਇੰਟਰਸਟ ਔਨ ਕੈਪੀਟਲ, ਇੰਟਰਸਟ ਔਨ ਡਰਾਇੰਗ, ਇਹ ਸਾਰੀਆਂ ਕੀ ਹੈ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਟ੍ਰਾਂਸਫਰ, ਪ੍ਰੋਫਿਟ ਐਂਡ ਲਾਸ ਐਪਰੀਸ਼ੀਏਸ਼ਨ ਅਕਾਊਂਟ ਦੇ ਵਿੱਚ ਟ੍ਰਾਂਸਫਰ ਕੀਤੇ ਜਾਂਦੇ ਨੇ। ਪ੍ਰੋਫਿਟ ਐਂਡ ਲਾਸ ਐਪਰੀਸ਼ੀਏਸ਼ਨਸ ਕੀ ਹੈ, ਐਕਸਟੈਂਸ਼ਨਸ ਹੈ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ। ਨੈੱਟ ਪ੍ਰੋਫਿਟ ਜਾਂ ਨੈੱਟ ਲਾਸ ਕੀ ਹੈ ਟ੍ਰਾਂਸਫਰ ਕੀਤਾ ਜਾਂਦਾ ਪ੍ਰੋਫਿਟ ਐਂਡ ਲਾਸ ਨੂੰ। ਕੀ ਹੈ ਹੁਣ ਇਹਦੇ ਵਿੱਚ ਕੀ ਹੈ ਪ੍ਰੋਫਿਟ ਐਂਡ ਲਾਸ, ਇਹਦੇ ਵਿੱਚ ਕੀ ਹੈ ਆ ਜਾਏਗੀ ਆਪਣੀ ਸੈਲਰੀਜ਼ ਜਾਂ ਕਮਿਸ਼ਨ, ਪਾਰਟਨਰਸ ਨਾਲ ਰਿਲੇਟਡ ਸਾਰੇ ਹੋਣਗੇ। ਇੰਟਰਸਟ ਔਨ ਕੈਪੀਟਲਸ, ਪਾਰਟਨਰਸ ਦੀ ਟ੍ਰਾਂਸਫਰ ਟੂ ਰਿਜ਼ਰਵ, ਠੀਕ ਹੈ। ਤੇ ਕ੍ਰੈਡਿਟ ਸਾਈਡ ਤੇ ਕੀ ਆ ਜਾਊ, ਹੁਣ ਇਹਦਾ ਪਰਫਾਰਮੈਂਸ ਤੁਸੀਂ ਦੇਖ ਲਓ ਪ੍ਰੋਫਿਟ ਐਂਡ ਲਾਸ ਦਾ ਸਪੈਸੀਮੈਨ। ਦੇਖੋ ਪਹਿਲਾਂ ਕੀ ਕਰਾਂਗੇ ਆਪਾਂ, ਜੇ ਨੈੱਟ ਪ੍ਰੋਫਿਟ ਹੋਇਆ ਤਾਂ ਕ੍ਰੈਡਿਟ ਸਾਈਡ ਤੇ ਕੀ ਕਰ ਦਾਂਗੇ ਪ੍ਰੋਫਿਟ ਐਂਡ ਲਾਸ ਤੋਂ ਕੀ ਕਰ ਦਾਂਗੇ ਇਹਨਾਂ ਨੂੰ ਪ੍ਰੋਫਿਟ ਐਂਡ ਲਾਸ ਐਪਰੀਸ਼ੀਏਸ਼ਨ ਅਕਾਊਂਟ ਨੂੰ ਟ੍ਰਾਂਸਫਰ ਕਰ ਦਿੰਦੇ। +1 ਤਾਂ ਅਸੀਂ ਉਹ ਕੈਪੀਟਲ ਅਕਾਊਂਟ 'ਚ ਲੈ ਜਾਂਦੇ ਸੀ, ਪਰ ਇੱਥੇ ਕੀ ਕਰਨਾ ਕਿਉਂਕਿ ਪਾਰਟਨਰਸ਼ਿਪ ਦੀ ਬਣਾ ਰਹੇ ਹਾਂ ਪਾਰਟਨਰਸ ਦੀ, ਤਾਂ ਇਸ ਕਰਕੇ ਕੀ ਕਰਾਂਗੇ ਇਹਨਾਂ ਦੇ ਜਿਹੜੇ ਆਪਦੇ ਖਰਚੇ ਆ ਪਾਰਟਨਰਸ ਉਹ ਵੀ ਆਪਾਂ ਐਡਜਸਟ ਕਰਨੇ ਆ। ਪ੍ਰੋਫਿਟ ਐਂਡ ਲਾਸ ਅਕਾਊਂਟ ਨੂੰ ਕੀ ਕਰ ਦਾਂਗੇ ਕ੍ਰੈਡਿਟ ਕਰ ਦਾਂਗੇ ਜੇ ਕੀ ਹੈ ਨੈੱਟ ਪ੍ਰੋਫਿਟ ਹੈ, ਜੇ ਕੀ ਹੈ ਆਪਣੇ ਕੋਲ ਲਾਸ ਆ ਤਾਂ ਡੈਬਿਟ ਸਾਈਡ ਤੇ ਪ੍ਰੋਫਿਟ ਐਂਡ ਲਾਸ ਐਪਰੀਸ਼ੀਏਸ਼ਨ ਦੀ ਆਏਗੀ। ਹੁਣ ਅੱਗੇ ਕੀ ਹੋਏਗਾ, ਇੰਟਰਸਟ ਔਨ ਕੈਪੀਟਲ ਨੂੰ ਆਪਾਂ ਕੀ ਕਰਾਂਗੇ ਡੈਬਿਟ ਕਰਾਂਗੇ। ਜਿਵੇਂ ਸਪੋਜ਼ ਕਰੋ ਦੋ ਪਾਰਟਨਰ ਨੇ ਅਭੀ ਤੇ ਭਾਸਕਰ, ਜੇ ਪਾਰਟਨਰਸ ਨੂੰ ਸੈਲਰੀ ਦਿੱਤੀ ਹੈ ਤਾਂ ਵੀ ਉਹ ਕੀ ਹੋਏਗੀ ਡੈਬਿਟ ਹੋਏਗੀ, ਪਾਰਟਨਰਸ ਨੂੰ ਕਮਿਸ਼ਨ ਦਿੱਤੀ ਹੈ ਉਹ ਵੀ ਕੀ ਹੋਏਗੀ ਡੈਬਿਟ ਹੋਏਗੀ, ਰਿਜ਼ਰਵ ਵਿੱਚ ਟ੍ਰਾਂਸਫਰ ਕੀਤਾ ਉਹ ਵੀ ਕੀ ਹੋ ਜਾਏਗਾ ਡੈਬਿਟ ਹੋਏਗਾ। ਹੁਣ ਅੱਗੇ ਕ੍ਰੈਡਿਟ ਸਾਈਡ ਤੇ ਆ ਜਾਓ, ਜੇ ਇੰਟਰਸਟ ਔਨ ਡਰਾਇੰਗ ਹੈ ਤਾਂ ਉਹ ਵੀ ਕ੍ਰੈਡਿਟ ਕਰਾਂਗੇ, ਜੇ ਲਾਸ ਹੋ ਰਿਹਾ ਤਾਂ ਉਹ ਕੀ ਹੋ ਜਾਏਗਾ ਡੈਬਿਟ ਕ੍ਰੈਡਿਟ ਸਾਈਡ ਤੇ ਆ ਜਾਏਗਾ, ਜੇ ਪ੍ਰੋਫਿਟ ਹੋਏਗਾ ਉਹ ਡੈਬਿਟ ਸਾਈਡ ਤੇ ਆ ਜਾਏਗਾ। ਹੁਣ ਅੱਗੇ ਆ ਜੋ ਇਹਦੇ ਜਰਨਲ ਐਂਟਰੀਜ਼ ਕੀ ਨੇ, ਪਹਿਲਾਂ ਕੀ ਹੈ ਟ੍ਰਾਂਸਫਰ, ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਪ੍ਰੋਫਿਟ ਐਂਡ ਲਾਸ ਤੋਂ ਇਹਨੂੰ ਕੀ ਕਰਨਾ ਟ੍ਰਾਂਸਫਰ ਕਰਨਾ। ਜੇ ਪ੍ਰੋਫਿਟ ਹੋਏਗਾ ਪ੍ਰੋਫਿਟ ਐਂਡ ਲਾਸ ਅਕਾਊਂਟ ਡੈਬਿਟ ਟੂ ਪ੍ਰੋਫਿਟ ਐਂਡ ਲਾਸ ਐਪਰੀਸ਼ੀਏਸ਼ਨਸ, ਠੀਕ ਹੈ। ਜੇ ਕੀ ਹੋਏਗਾ ट्रांसफर ऑफ लॉस फ्रॉम प्रॉफिट एंड लॉस अकाउंट की करेंगे प्रॉफिट एंड लॉस अकाउंट प्रॉफिट एंड लॉस एप्रीशिएशन अकाउंट डेबिट टू प्रॉफिट एंड लॉस अकाउंट, ठीक। ओके, जो नैट प्रॉफिट आप प्रॉफिट एंड लॉस एप्रीशिएशन की क्रेडिट साइड पर लेने, जोड़ा लॉस होंगे वो प्रॉफिट एंड लॉस एप्रीशिएशन की डेबिट साइड पर लें। हुण इस तरह ही सैलरीज हो गई पार्टनर्स दियाँ, पार्टनर सैलरी या कमीशन अकाउंट की कर देंगे डेबिट कर देंगे, पार्टनर की कैपिटल या करंट अकाउंट में क्रेडिट कर देंगे। फिर इन्हों की करेंगे ट्रांसफर करांगे प्रॉफिट एंड लॉस एप्रीशिएशन अकाउंट डेबिट टू पार्टनर्स सैलरी एंड, ठीक है, कमीशन अकाउंट, ठीक है। अगे जो अल्टरनेटिवली एक एंट्री भी पा सकते हैं प्रॉफिट एंड लॉस एप्रीशिएशन अकाउंट डेबिट टू पार्टनर्स कैपिटल, आप मतलब सैलरी डेबिट भी की है क्रेडिट भी है, इनू आप मिस करके सीधी एक एंट्री भी हो सकती है प्रॉफिट एंड लॉस एप्रीशिएशन अकाउंट टू पार्टनर्स कैपिटल। इस तरह इंटरस्ट ऑन कैपिटल है, इंटरस्ट ऑन कैपिटल अकाउंट डेबिट टू पार्टनर्स कैपिटल या करंट है। फिर की करेंगे प्रॉफिट एंड लॉस एप्रीशिएशन अकाउंट डेबिट टू इंटरस्ट ऑन कैपिटल। अल्टरनेटिवली ये भी एक एंट्री पै सकती है प्रॉफिट एंड लॉस एप्रीशिएशन अकाउंट डेबिट टू पार्टनर्स कैपिटल या करंट। इस तरह चार्जिंग इंटरस्ट ऑन ड्राइंग पार्टनर्स कैपिटल अकाउंट डेबिट होगी टू इंटरस्ट ऑन ड्राइंग, क्योंकि फार्मूला इतों की होगी इनकम। इन जो ट्रांसफर करेंगे इंटरस्ट ऑन ड्राइंग डेबिट टू प्रॉफिट एंड लॉस एप्रीशिएशन। इतने तुम ध्यान रखना प्रॉफिट एंड लॉस अकाउंट प्रॉफिट एंड लॉस एप्रीशिएशन अकाउंट होएगा। पार्टनर्स कैपिटल या करंट अकाउंट डेबिट टू प्रॉफिट एक एंट्री भी पा सकते हैं। जो ट्रांसफर करना रिजर्व प्रॉफिट जो रिजर्व करना प्रॉफिट एंड लॉस एप्रीशिएशन अकाउंट डेबिट टू रिजर्व। ट्रांसफर ऑफ क्रेडिट बैलेंस ऑफ प्रॉफिट एंड लॉस एप्रीशिएशन अकाउंट डेबिट टू पार्टनर्स कैपिटल या
करंट अकाउंट। जे डेबिट बैलेंस है प्रॉफिट एंड लॉस पार्टनर्स कैपिटल अकाउंट डेबिट टू प्रॉफिट एंड लॉस एप्रोसीएशन, क्योंकि ਆਪਾਂ ਇਹਨੂੰ ਕੀ ਕਰ ਦੇਣਾ पार्टनर्स ਦੇ कैपिटल ਜਾਂ करंट अकाउंट ਦੇ ਵਿੱਚ। जे की होगी फिक्सड कैपिटल होगी तो करंट अकाउंट होएगा, जो फ्लक्चुएटिंग होगी तो पार्टनर्स का कैपिटल अकाउंट होगा। ਹੁਣ ਅੱਜ फीचर्स ऑफ प्रॉफिट एंड लॉस ये की है एक्सटेंशनस है प्रॉफिट एंड लॉस अकाउंट की प्रिपेयर्ड की है पार्टनरशिप फर्म के द्वारा प्रिपेयर की जाती है। शोज एप्रोसीएशन नैट प्रॉफिट या लॉस की है पार्टनर्स के किस तरह एप्रोसीएशन करना। एंट्री इन दिस अकाउंट की है पास गिविंग इफैक्ट टू पार्टनरशिप डीड जी बनी होएगी वो मुताबिक ही ये बनेगी। हुण प्रॉफिट एंड लॉस का तो बाद तैयार किया जाता है ट्रेडिंग अकाउंट तो, ठीक है, ग्रॉस प्रॉफिट या ग्रॉस लॉस लैके जोड़ा प्रॉफिट एंड लॉस एप्रोसीएशन है का तो बाद तैयार किया जाता है प्रॉफिट एंड लॉस एप्रोसीएशन सॉरी प्रॉफिट एंड लॉस अकाउंट तो बाद की है प्रॉफिट एंड लॉस एप्रोसीएशन तैयार किया जाता। ऑब्जैक्ट की है नैट प्रॉफिट डिटरमिन करना, ਇਹਦਾ ਕੀ ਹੈ ਐਪਰੋਸੀਏਸ਼ਨਸ ਆਪਾਂ ਕੀ ਹੋਣੀਆਂ ਨੇ, ਜਿਹੜਾ ਐਪਰੋਸੀਏਸ਼ਨ ਕਿੰਨੀਆਂ ਹੋ ਗਈਆਂ ਉਸ ਤੋਂ ਬਾਅਦ ਨੈਟ ਪ੍ਰੋਫਿਟ ਕਿੰਨਾ ਬਚਦਾ ਕਿੰਨਾ ਉਹ ਡਿਸਟ੍ਰੀਬਿਊਟ ਕਰ ਸਕਦੇ ਹਾਂ। ਨੇਚਰ ਆਫ ਆਈਟਮ ਡੈਬਿਟ ਕੀ ਕੀਤੇ ਜਾਂਦੇ ਨੇ, ਸਾਰੇ ਐਕਸਪੈਂਸਿਸ ਕੀਤੇ ਜਾਂਦੇ ਆ ਕਿਉਂਕਿ ਚਾਰਜ ਅਗੇਂਸਟ ਪ੍ਰੋਫਿਟ ਦਾ ਕ੍ਰੈਡਿਟ ਜਿੰਨੀਆਂ ਇਨਕਮ ਨੇ ਉਹ ਕੀਤੇ ਜਾਂਦੇ ਨੇ। ਇਹਦੇ ਵਿੱਚ ਡੈਬਿਟ ਆਈਟਮ ਆਫ ਐਪਰੋਸੀਏਸ਼ਨ ਜਿਸ ਤਰ੍ਹਾਂ ਸੈਲਰੀ ਕਮਿਸ਼ਨਸ ਇੰਟਰਸਟ ਔਨ ਕੈਪੀਟਲ ਟ੍ਰਾਂਸਫਰ ਟੂ ਜਬ ਹੁੰਦਾ। ਕ੍ਰੈਡਿਟ ਜਿਹੜੀ ਇੰਟਰਸਟ ਔਨ ड्राइंग होगी पार्टनर की जी वो की जाती है। पार्टनरशिप डीड एग्रीमेंट प्रॉफिट एंड लॉस से कोई इफेक्ट नहीं है, ये की है पार्टनरशिप डीड के जो गाइडलाइनस ने वो मुताबिक आप करा। मैचिंग प्रिंसीपल जो ये अकाउंट करें तो मैचिंग प्रिंसीपल फॉलो किया जाता है, जो कि इनू बनाने आप कोई भी मैचिंग प्रिंसीपल फॉलो नहीं किया। अज आप डिस्कशनस करना जोड़ा आप पार्टनरशिप डीड का जो पार्टनर्स कैपिटल च इंटरस्ट ऑन लोन वगैरह किस तरह पाना। देखो इलस्ट्रेशन 7 देखो ए एंड बी एंटर्ड इनटू पार्टनरशिप ऑन 1 अप्रैल 2000 विदाउट एनी पार्टनरशिप, कोई पार्टनरशिप डीड नहीं हुई। दे इंट्रोड्यूस कैपिटल ऑफ 5 लाख एंड 3 लाख रिस्पेक्टिवली ऑन 31/9 ए गिव 2 लाख एज लोन टू द फर्म विदाउट एनी एग्रीमेंट एज टू। ਹੁਣ देखो चाहे पार्टनरशिप डीड च की है कोई भी एग्रीमेंट नहीं होया, इस करके इंटरस्ट ऑन कैपिटल कोई भी नहीं होएगा। इंटरस्ट ऑन लोन होएगा तुहाडा किहड़े रेट ते होएगा एट द रेट 6%, ठीक है। प्रॉफिट एंड लॉस अकाउंट फॉर द ईयर एंडेड 31 मार्च 2020 showed a profit of ₹4,30,000 but the partners could not agree upon the amount of interest on loan to be charged and the basis of division of profit। जरनल एंट्रीज पास करनिया ने। हुण देखो आप पहला कैपिटल देखो की है उन्होंने पहला लोन कितना दिता उन्हें बाय लोन 2 लाख कितना दिता है 2 लाख तो इंटरस्ट ऑन लोन बाय 2 लाख किन्ने महीने का कदों दिता है 1 अप्रैल उन्हें कितना दिता 31 अक्तूबर किन्ने का 5 महीने का, ठीक है। इंटरस्ट ऑन लोन किन्ने % दिता जाऊगा 6%, ये भी पर एनम है, ठीक है। 5 महीने का 5/12 6/12 कितना हो गया 5,000। ये नो एग्रीमेंट बिटवीन पार्टनर्स है, इस करके जी पार्टनरशिप एक्ट है 1932 क्योंकि इंटरस्ट ऑन लोन किन्ने % लाता 6%। हुण नैट प्रॉफिट क्योंकि अपना की हो गया चार्ज हो गया 5,000, इस करके प्रॉफिट कितना रह गया अपने को 4,30,000 5,000 आप चार्ज लैस करता 4,25,000। हुण इहदा लोन अकाउंट जो खोलांगे बाय तुसीं ये चीज़ का ध्यान रखना कैपिटल अकाउंट अलग खुलेगा तो लोन अकाउंट अलग खुलेगा। बाय बैंक कितना आ गया 2 लाख, इंटरस्ट ऑन लोन कितना आ गया 5,000, टू बैलेंस कितना हो गया लोन अकाउंट का 2,05,000। हुण उन्होंने कैपिटल कितनी लाई है उन्हें कितनी दी है ए ने बाय बैंक 5 लाख, दूसरे ने कितनी दी है 3 लाख। हुण इन्हां दा जिहड़ा आया सीगा प्रॉफिट एंड लॉस कितना आया सीगा 4,25,000 सी क्योंकि पार्टनरशिप डीड साइलेंट है, इस करके किहड़ी रेशो होगी इक्वल रेशो होगी टू एस कैपिटल टू बीस कैपिटल। आप कह रहे बाय बैंक कितना आ गया 5 लाख तो 3 लाख। प्रॉफिट एंड लॉस एप्रोसीएशंस 2,12,000 1,500 तो इधर 2,12,500। बैलेंस कैरी डाउन कितना हो गया 7,12,500 इधर 5,12,500। ये सीगा इंटरस्ट ऑन लोन। हुण इस तरह ही रेंट पेबल पार्टनर जो रेंट भी की है एक अपना चार्ज है, ठीक है। अमन तो रोमन की वोमन की है पार्टनर्स आर शेयरिंग प्रॉफिट इक्वली। बिजनेस कैरीड की है प्रॉपर्टी ओन्ड बाय अमन ऑन ईयर 24
4000 की है रेंट। गैट सैलरी कितनी आमन 1,20,000 पर एनम एंड वूमन कितनी 5% कमीशन नैट सेल ਜਿਹੜੀਆਂ ਸੇल्स ਕਿੰਨੀਆਂ ਸੀ 30 ਲੱਖ। प्रॉफिट फॉर द ईयर्स कितना है 5 ਲੱਖ। और 5 ਲੱਖ चों उन्होंने इंटरस्ट जोड़ा रेंट है रेंट कितना हो गया 5 ਲੱਖ चों क्योंकि रेंट आप ज़्यादा की करांगे प्रॉफिट एंड लॉस अकाउंट दिखा देंगे जां जो प्रॉफिट एंड लॉस एप्रोसिएशन नैट प्रॉफिट दिखा के जो रेंट की कर देंगे लैस कर देंगे अपने को कितना आ जाएगा 4,74,000 रेंट अपना की हो जू पहला ही लैस हो। हुण अमन के सैलरी कितनी होगी 1,20,000 ठीक है। वह कि रेमूनरेशनस कितनी है उन्हें 5% ऑफ नैट सेल्स कितने ने 30 ਲੱਖ है 30 ਲੱਖ का 5% कितना है कितना आ गया 1,50,000। हम प्रॉफिट ट्रांसफर अमन्स कैपिटल कितना आ गया 1,03,000 वूमेंस कैपिटल 1,03,000 कितना आ गया 2,06,000। इलस्ट्रेशन 10th देखो प्रॉफिट एंड लॉस एक्स एंड वाई स्टार्टेड बिजनेस ऑन 1 अप्रैल 2009 विद कैपिटल ऑफ ₹5 ਲੱਖ ईच। एक जने की कैपिटल कितनी है 5 ਲੱਖ। एज पर द पार्टनर बोथ एक्स एंड वाई गेट मंथली सैलरी कितनी है 10,000 ईच एंड इंटरस्ट ऑन कैपिटल 50,000 इंटरस्ट ऑन बैंक 3,000 एंड 5,000। फर्म इनकम लॉस कितना हो गया 2 ਲੱਖ क्योंकि फर्म ने की किया क्योंकि चार्ज नहीं की जाएगी क्योंकि फर्म ने किया है लॉस हो रहा नैट लॉस कितना हो रहा 2 ਲੱਖ। इंटरस्ट ऑन ड्राइंग आप लवेंगे कितना 3,000 तो 5,000 कितना हो गया 8,000। हम लॉस कितना रह गया 1,92,000 जोड़ा की कर देंगे इक्वली डिस्ट्रीब्यूट कर देंगे। हम पहले इन्हों आप प्रॉफिट एंड लॉस एप्रोसिएशन अकाउंट डेबिट करेंगे क्योंकि अपने को है लॉस है टू प्रॉफिट एंड लॉस कितना हो गया 2 ਲੱਖ। हूँ इन्हों एक्सिस कैपिटल 3,000 वाइस कैपिटल 5,000 क्योंकि टू इंटरस्ट क्योंकि फर्म के लिए की हो गया इंटरस्ट ऑन ड्राइंग इनकम हो गया पार्टनरशिप कैपिटल आप की करता है डेबिट करता। हूँ इंटरस्ट ऑन ड्राइंग अकाउंट डेबिट टू प्रॉफिट एंड लॉस एप्रोसिएशन कितना हो गया 8,000। बाकी की हो गया हूँ 2 ਲੱਖ चो 8,000 आप लैस करता 1,90,000 दोनों के की कर देंगे इक्वली डिस्ट्रीब्यूट कर देंगे। हूँ जी की है अपनी जी एप्रोसिएशंस है की है मोर दैन अवेलेबल प्रॉफिट है तो ये भी कई बार सम के 3 नंबर का तुम बोर्ड के आता है कहते पॉसीबिलिटी कई बार ये हो जाती है भी जी एप्रोसिएशन है एज पर डीड की है अपने को प्रॉफिट घट है पर एप्रोसिएशंस की हो जाती हैं ज़्यादा हो जाते हैं। इस दे मुताबिक प्रॉफिट अवेलेबल जो डिस्ट्रीब्यूशन है पार्टनर को कि मुताबिक करा जी उन्होंने रेशो एप्रोसिएशन की बनती है। रेशो एप्रोसिएशन की अपन पहले डिटरमिन करनी पऊगी भी कि इकल्ले पार्टनर को एप्रोसिएशन हर पार्टनरशिप डीड के मुताबिक सैलरी कितनी बनती है कमीशन कितनी बनती है इंटरस्ट ऑन कैपिटल कितना बनता है। फिर कल्ले कल्ले पार्टनर का आप कट लाँगे फिर उन्होंने रेशो कटांगे फिर रेशो तो बाद की होएगा उन्होंने एप्रोसिएशंस होएगी ठीक है। हूँ इन्हें सपोज करो इन्होंने एग्जाम्पल दी है अतुल एंड अमित की है पार्टनर्स आ फर्म के एज पर पार्टनरशिप पार्टनर्स गेट सैलरीज कितने 1,20,000 रिस्पैक्टिवली। इंटरस्ट ऑन कैपिटल कितना 10% विच इज़ 20,000 एंड 40,000 रिस्पैक्टिव। नैट प्रॉफिट फॉर द ईयर्स कितना 2 ਲੱਖ। हूँ सैलरी कितनी है वो सैलरी कितनी होगी 1 ਲੱਖ वो 1,20,000। इंटरस्ट ऑन कैपिटल वो कितना 20,000 है वो 40,000 कितना हो गया 1,20,000 तो 1,60,000। पर अपने को जो प्रॉफिट है कितना हो गया है 1,20,000 तो 1,60,000 2,80,000। जो नैट प्रॉफिट है वो कितने ने सिर्फ 2,10,000। हूँ अपनी इन्हों की रेशो कितनी बन गई 3 ਤੇ 4 ਦੀ। हूँ आप जी दूसरी रेशो उन्होंने इग्नोर कर देंगे जी इन्हों की एप्रोसिएशन की रेशो बनी है वो मुताबिक 3 ਤੇ 4 ਦੀ 3/7 की हो जाएगी अतुल की हो जाएगी 4/7 की हो जाएगी अपनी अमित की हो जाएगी। हूँ 2,10,000 आप की करा 3/7 इंटू 2 ਲੱਖ 10,000 कितनी आ गई वो 90,000 आ गई। दूसरी की 4/7 इंटू 2 ਲੱਖ 10,000 1,20,000। ये एग्जाम्पल भी है इस तरह का सम 3 नंबर का मोस्टली बोर्ड के आ जाता है। अजय तो की है विजय की ने पार्टनर्स है रेशो उन्होंने कितनी है 3:2 है। अजय की है नॉन वर्किंग पार्टनर है तो कंटिन्यूस कैपिटल कितनी है 20 ਲੱਖ। विजय की है वर्किंग पार्टनर है पार्टनरशिप डीड प्रोवाइड्स की इंटरस्ट ऑन कैपिटल एट द रेट 8% पर annum। सैलरी टू एवरी वर्किंग पार्टनर कितनी है 8,000 पर मंथ। हूँ की है प्रॉफिट फॉर प्रोवाइडिंग फॉर इंटरस्ट ऑन कैपिटल पार्टनर सैलरी एंडेड कितनी है 80,000। हूँ 80,000 पहले अपना दोनों का बनाना पेगा वो इंटरस्ट ऑन कैपिटल कितना हो गया 20 ਲੱਖ इंटू 8/10
ਕਿੰਨੀ ਹੋ ਗਿਆ 1,60,000। ਵਿਜੇ ਨੂੰ ਸੈਲਰੀ ਕਿੰਨੀ ਹੋਗੀ 8,000 × 12 12 ਮਹੀਨੇ ਦੀ ਕਿੰਨੀ ਹੋਗੀ 96,000। ਉਹਦਾ ਕਿੰਨੀ ਸੀਗੀ ਇੰਟਰਸਟ ਔਨ ਜਿਹੜਾ ਕੈਪੀਟਲ ਸੀਗਾ 1,60,000। ਇੱਧਰ ਕਿੰਨੀ ਹੋਗੀ 96,000। ਕਿੰਨੀ ਹੋ ਗਈ 2,56,000। ਹੁਣ ਇਹਨਾਂ ਦੀ 1,60,000 ਤੇ 90,000 ਦੀ ਰੇਸ਼ੋ ਕਿੰਨੀ ਆਏਗੀ ਆਪਣੀ 5 ਤੇ 3 ਦੀ। 80,000 ਨੂੰ ਆਪਾਂ 5 ਤੇ 3 ਦੀ ਰੇਸ਼ੋ ਦੇ ਵਿੱਚ 80,000 × 5/8 ਤੇ 30,000 × 3/8। ਇਹਨਾਂ ਦੋਹਾਂ ਕੀ ਕਰਾਂਗੇ 80,000 ਨੂੰ 50,000 ਤੇ 30,000 ਦੇ ਵਿੱਚ ਆਪਣਾ ਆ ਜਾਏਗਾ।